हाँ जी, सत श्री अकाल। मैं मनप्रीत कौर तुहाडा सारिਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦੇ ਉੱਪਰ। ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਪੰਜਾਬੀ ਪੈਡਾਗੋਜੀ ਦੇ ਨਾਲ ਸੰਬੰਧਿਤ ਸਪੈਸ਼ਲ ਜਿਹੜੀਆਂ ਕਲਾਸਾਂ 2-3 ਬਣਦੀਆਂ ਉਹਨਾਂ ਨੂੰ ਲੈ ਕੇ ਆਉਣ ਦੀ ਤੁਹਾਡੇ ਨਾਲ ਗੱਲਬਾਤ ਕੀਤੀ ਸੀ। ਸੋ ਉਸੇ ਚੀਜ਼ ਨੂੰ ਆਪਾਂ ਪੂਰਾ ਕਰਾਂਗੇ। ਅਤੇ ਜਿਵੇਂ ਕਿ ਇਸ ਤੋਂ ਪਹਿਲਾਂ ਇੱਕ ਕਲਾਸ ਜਿਹੜੀ ਪੈਡਾਗੋਜੀ ਦੀ ਸਪੈਸ਼ਲ ਤੌਰ 'ਤੇ ਆਪਾਂ ਕਰ ਚੁੱਕੇ ਹਾਂ ਕੰਪਲੀਟ। ਸੋ ਉਸ ਤੋਂ ਆਪਾਂ ਅਗਲੇ ਜਿਹੜੇ ਸਵਾਲ ਬਣਦੇ ਆ ਮਤਲਬ 60 ਕੁਐਸਚਨ ਇਸ ਤੋਂ ਪਹਿਲਾਂ ਆਪਾਂ ਡਿਸਕਸ ਕਰ ਚੁੱਕੇ ਹਾਂ ਸਪੈਸ਼ਲੀ ਪੈਡਾਗੋਜੀ ਪੰਜਾਬੀ ਦੇ। ਸੋ ਇਸ ਤੋਂ ਗਾਂਹ ਵਾਲੇ ਜਿਹੜੇ ਸਵਾਲ ਬਣਦੇ ਆ ਉਹਨਾਂ ਨੂੰ ਆਪਾਂ ਧਿਆਨ ਦੇ ਵਿੱਚ ਲੈ ਕੇ ਆਵਾਂਗੇ। ਇਸ ਤੋਂ ਬਿਨਾਂ ਹੋਰ ਸਵਾਲ ਵੀ ਜਿਹੜੇ ਪੰਜਾਬੀ ਪੈਡਾਗੋਜੀ ਦੇ ਨਾਲ ਸੰਬੰਧਿਤ ਬਣਦੇ ਆ ਉਹਨਾਂ ਸਾਰਿਆਂ ਨੂੰ ਆਪਾਂ ਕਵਰ ਕਰਾਂਗੇ ਇਹਨਾਂ ਕਲਾਸਾਂ ਦੇ ਵਿੱਚ। ਸੋ ਆਓ ਚੱਲਦੇ ਹਾਂ ਆਪਾਂ ਸਵਾਲਾਂ ਦੇ ਉੱਪਰ, ਦੇਖਦੇ ਹਾਂ ਵੀ ਕਿਹੜੇ ਕਿਹੜੇ ਸਵਾਲ ਸਾਡੇ ਕੋਲ ਅੱਜ ਦੀ ਕਲਾਸ ਦੇ ਵਿੱਚ ਹੋਣਗੇ। ਸਭ ਤੋਂ ਪਹਿਲਾ ਸਵਾਲ ਜਨਸੰਚਾਰ ਸਾਧਨਾਂ ਦੇ ਉੱਪਰ ਹੀ ਹੈ। ਜਨਸੰਚਾਰ ਸਾਧਨ ਜਿਹੜੇ ਕਿ ਸਿੱਖਿਆ ਖੇਤਰ ਦੇ ਵਿੱਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੇ ਆ ਅਤੇ ਸਿੱਖਣ ਵਾਲੀਆਂ ਚੀਜ਼ਾਂ ਨੂੰ ਜਾਂ ਸਿੱਖਣ ਨੂੰ ਦਿਲਚਸਪ ਬਣਾਉਂਦੇ ਆ ਅਤੇ ਬੱਚਿਆਂ ਨੂੰ ਇੰਟਰਸਟ ਵੀ ਪੈਦਾ ਕਰਦੇ ਆ। ਅਤੇ ਜਿਵੇਂ ਟੇਪ ਰਿਕਾਰਡਰ ਹੋ ਗਿਆ, TV ਹੋ ਗਿਆ, ਕਲੋਜ਼ਡ ਸਰਕਟ ਦੂਰਦਰਸ਼ਨ ਹੋ ਗਿਆ, ਇਹ ਸਾਰੀਆਂ ਚੀਜ਼ਾਂ ਅਸੀਂ ਜਿਹੜੀਆਂ ਨੇ ਉਹ ਅਸੀਂ ਜਨਸੰਚਾਰ ਸਾਧਨਾਂ ਦੇ ਵਿੱਚ ਰੱਖਦੇ ਹਾਂ। ਸੋ ਪਹਿਲਾ ਸਾਡੇ ਕੋਲ ਸਵਾਲ ਹੈ, ਜਨਸੰਚਾਰ ਸਾਧਨ ਸਿੱਖਿਆ ਨੂੰ ਪਹੁੰਚਾਉਣ ਵਿੱਚ ਸਹਾਇਤਾ ਕਰਦੇ ਹਨ। ਮੁੱਢਲੇ ਪੱਧਰਾਂ 'ਤੇ ਸਕੂਲਾਂ ਵਿੱਚ ਹਰੇਕ ਸਿਖਿਆਰਥੀ ਤੱਕ ਯੂਨੀਵਰਸਿਟੀਆਂ ਤੱਕ। ਸੋ ਜਨਸੰਚਾਰ ਸਾਧਨ ਜਿਹੜੇ ਨੇ ਉਹ ਵਰਤੋਂ ਕਰਦੇ ਹਾਂ ਅਸੀਂ ਟੈਕਨੋਲੋਜੀ ਦੇ ਸਾਧਨਾਂ ਦੀ ਜਾਂ ਕਹਿ ਲਓ ਜਿੰਨੇ ਵੀ ਅਸੀਂ ਟੈਕਨੋਲੋਜੀ ਦੇ ਸਾਧਨ ਹੈ ਜੋ ਸਕੂਲਾਂ ਦੇ ਵਿੱਚ ਲੈ ਕੇ ਆ ਰਹੇ ਹਾਂ ਸਿੱਖਿਆ ਨੂੰ ਸੁਖਾਲਾ ਕਰਨ ਦੇ ਲਈ, ਉਹਨਾਂ ਦੀ ਗੱਲ ਹੋ ਰਹੀ ਆ। ਤਾਂ ਜਨਸੰਚਾਰ ਸਾਧਨ ਸਿੱਖਿਆ ਨੂੰ ਪਹੁੰਚਾਉਣ ਵਿੱਚ ਕੀ ਸਹਾਇਤਾ ਕਰਦੇ ਆ? ਤਾਂ ਇਹ ਸਾਡੇ ਕੋਲ ਸਵਾਲ ਹੈ ਅਤੇ ਪਹਿਲਾ ਸਵਾਲ ਹੈ ਸਾਡੇ ਕੋਲ, ਇਸ ਦਾ ਕਰੈਕਟ ਜਵਾਬ ਕਿਹੜਾ ਹੋਏਗਾ? ਹਰੇਕ ਸਿਖਿਆਰਥੀ ਤੱਕ ਇਹ ਪਹੁੰਚਣ ਦੀ ਕੋਸ਼ਿਸ਼ ਕਰਦੇ ਆ। C ਆਪਸ਼ਨ ਬਿਲਕੁਲ ਸਹੀ ਹੈ। ਅਗਲੇ ਕੁਐਸਚਨ 'ਤੇ ਚੱਲਦੇ ਹਾਂ। ਕਹਿੰਦੇ ਜਨਸੰਚਾਰ ਸਾਧਨ ਬਾਲ ਵਿਚਾਰ ਕਰਦੇ ਹਨ। ਜਨਸੰਚਾਰ ਸਾਧਨ ਅਸਲ ਦੇ ਵਿੱਚ ਇੱਥੇ ਆਉਣਾ ਚਾਹੀਦਾ ਸੀ ਜਨਸੰਚਾਰ ਸਾਧਨ ਕਿਸ 'ਤੇ ਵਿਚਾਰ ਕਰਦੇ ਹਨ? ਉਮਰ 'ਤੇ, ਜਾਤ 'ਤੇ, ਲਿੰਗ 'ਤੇ, ਸਿਖਿਆਰਥੀ 'ਤੇ। ਤਾਂ ਇੱਥੇ ਮੇਨ D ਆਪਸ਼ਨ ਰਹੂਗੀ, ਸਿਖਿਆਰਥੀ 'ਤੇ। ਚੌਥਾ ਬਿਲਕੁਲ ਸਹੀ ਆਪਸ਼ਨ ਹੈ। ਸੋ ਅਗਲੇ ਸਵਾਲ 'ਤੇ ਚੱਲਦੇ ਹਾਂ। ਆਪਾਂ ਉਲਝਣਾ ਨਹੀਂ, ਧਿਆਨ ਦੇ ਨਾਲ, ਕਈ ਵਾਰੀ ਪ੍ਰਸ਼ਨ ਦੇ ਵਿੱਚ ਮਾੜੀ ਮੋਟੀ ਮਿਸਟੇਕ ਹੁੰਦੀ ਹੈ ਉਸ ਨੂੰ ਆਪਾਂ ਨਾਲ ਦੀ ਨਾਲ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਅਗਲਾ ਪ੍ਰਸ਼ਨ ਹੈ, ਜਨਸੰਚਾਰ ਸਾਧਨ ਕੀ ਪੈਦਾ ਕਰਦੇ ਆ? ਜਨਸੰਚਾਰ ਸਾਧਨ ਬੌਧਿਕ ਵਾਤਾਵਰਨ, ਆਨੰਦਮਈ ਵਾਤਾਵਰਨ, ਪੱਖਪਾਤੀ ਵਾਤਾਵਰਨ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਜਨਸੰਚਾਰ ਸਾਧਨ ਜਿਹੜੇ ਨੇ ਆਨੰਦਮਈ ਵਾਤਾਵਰਨ ਜਾਂ ਬੌਧਿਕ ਵਾਤਾਵਰਨ, ਤਾਂ ਅਸਲ ਦੇ ਵਿੱਚ ਇਹ ਬੌਧਿਕ ਵਾਤਾਵਰਨ ਪੈਦਾ ਕਰਦੇ ਆ। ਠੀਕ ਹੈ, ਇਹ ਆਪਸ਼ਨ ਬਿਲਕੁਲ ਸਹੀ ਹੈ। ਅਗਲੇ ਕੁਐਸਚਨ 'ਤੇ ਚੱਲਦੇ ਹਾਂ। ਉਦੇਸ਼ਾਤਮਕ ਸਾਖਰਤਾ ਸੰਭਵ ਹੈ ਕਿਸ ਦੇ ਵਿੱਚ? ਰੇਡੀਓ ਦੁਆਰਾ, ਜਾਂ ਫਿਰ ਟੈਲੀਵਿਜ਼ਨ ਦੁਆਰਾ, ਕੰਪਿਊਟਰ ਦੁਆਰਾ, ਰੇਡੀਓ ਅਤੇ ਟੈਲੀਵਿਜ਼ਨ ਦੁਆਰਾ। ਸੋ ਇਸ ਦਾ ਬਿਲਕੁਲ ਸਹੀ ਸਵਾਲ ਦਾ ਜਵਾਬ ਕਿਹੜਾ ਹੋਏਗਾ? ਤਾਂ ਅਸੀਂ ਕਹਾਂਗੇ D ਆਪਸ਼ਨ। ਠੀਕ ਹੈ, D ਆਪਸ਼ਨ ਬਿਲਕੁਲ ਰਾਈਟ ਜਵਾਬ ਹੈ ਸਾਡੇ ਕੋਲ। D ਇੱਥੇ ਬਿਲਕੁਲ ਸਹੀ ਜਵਾਬ ਹੈ। ਚੌਥੀ ਆਪਸ਼ਨ ਰੇਡੀਓ ਅਤੇ ਟੈਲੀਵਿਜ਼ਨ ਦੁਆਰਾ। ਅਗਲਾ, ਜਨਸੰਚਾਰ ਸਾਧਨ ਲਿਆ ਸਕਦੇ ਆ ਆਰਥਿਕ ਤਬਦੀਲੀ, ਸਮਾਜਿਕ ਤਬਦੀਲੀ, ਜਾਂ ਫਿਰ ਰਾਜਨੀਤਿਕ ਜਾਂ ਫਿਰ ਸੱਭਿਆਚਾਰਕ ਤਬਦੀਲੀ। ਤਾਂ ਦੇਖੋ ਜਨਸੰਚਾਰ ਸਾਧਨ ਤਬਦੀਲੀ ਜ਼ਰੂਰ ਲਿਆ ਸਕਦੇ ਆ ਪਰ ਸਮਾਜ ਦੇ ਵਿੱਚ ਲਿਆ ਸਕਦੇ ਆ, ਕਿਉਂਕਿ ਇੱਕ ਸਕੂਲ ਵੀ ਸਮਾਜ ਦਾ ਹਿੱਸਾ ਹੈ ਅਤੇ ਇਹ ਸਮਾਜ ਦੇ ਨਾਲ ਜੁੜੇ ਹੁੰਦੇ ਆ। ਸੋ ਉਸ ਆਧਾਰ 'ਤੇ ਅਸੀਂ ਐਡ ਆਪਸ਼ਨ ਬਿਲਕੁਲ ਸਹੀ ਮੰਨਾਂਗੇ। ਅਗਲੇ ਸਵਾਲ 'ਤੇ ਰੇਡੀਓ ਨੂੰ ਕੀ ਕਿਹਾ ਜਾਂਦਾ ਹੈ? ਪਹਿਲਾ ਅਸਲ ਵਿੱਚ R ਹੁੰਦੀਆਂ ਨੇ, ਹੈ ਨਾ, ਯੰਤਰਾਂ ਦੇ ਲਈ ਅਸੀਂ ਪ੍ਰਯੋਗ ਕਰ ਲੈਂਦੇ ਹਾਂ। ਆਪਾਂ ਦੇਖਾਂਗੇ ਪਹਿਲਾ R, ਦੂਜਾ R ਕੀ ਹੈ, ਇਸੇ ਸਾਰੇ ਕੁਐਸਚਨਾਂ ਦੇ ਵਿੱਚ ਕਵਰ ਹੋ ਜਾਣਗੇ। ਠੀਕ ਹੈ ਜੀ, ਜਿੰਨੇ ਵੀ ਸਵਾਲ ਤੁਹਾਡੇ ਦਿਮਾਗ ਦੇ ਵਿੱਚ ਹੋਣਗੇ। ਰੇਡੀਓ ਨੂੰ ਕੀ ਕਿਹਾ ਜਾਂਦਾ ਹੈ? ਪਹਿਲਾ R, ਦੂਸਰਾ R, ਤੀਸਰਾ R, ਜਾਂ ਫਿਰ ਚੌਥਾ R। ਤਾਂ ਇਸ ਦੇ ਵਿੱਚ ਅਸੀਂ D ਆਪਸ਼ਨ ਲਗਾਵਾਂਗੇ, ਚੌਥਾ R ਇਸ ਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ, ਅਗਲੇ ਸਵਾਲ 'ਤੇ ਰੇਡੀਓ ਸਿਖਿਆਰਥੀ ਨੂੰ ਦਿੰਦਾ ਹੈ ਇੱਕ ਪਾਸੀ ਸੰਚਾਰ ਡਾਇਲਾਗ, ਦੋ ਪਾਸੀ ਸੰਚਾਰ ਪਰਸਪਰ ਪ੍ਰਭਾਵਸ਼ਾਲੀ ਮੌਕੇ। ਤਾਂ ਰੇਡੀਓ ਨੂੰ ਕੀ ਕਿਹਾ ਜਾਂਦਾ ਹੈ? ਚੌਥਾ R। ਅਤੇ ਰੇਡੀਓ ਸਿਖਿਆਰਥੀ ਨੂੰ ਦਿੰਦਾ ਹੈ ਇੱਕ ਪਾਸੀ ਸੰਚਾਰ। ਇਹ ਆਪਸ਼ਨ।
ਅਗਲੇ ਸਵਾਲ ਤੇ ਓਵਰਹੈਡ ਪ੍ਰੋਜੈਕਟ ਨਾਲ ਵਿਸ਼ੇ ਵਸਤੂ ਦੀ ਸਲਾਈਡ ਜਾਂ ਸਧਾਰਨ ਲਿਖਤ ਨੂੰ ਛੋਟਾ ਕਰਕੇ ਵੇਖਿਆ ਜਾ ਸਕਦਾ ਹੈ, ਵੱਡਾ ਕਰਕੇ ਵੇਖਿਆ ਜਾ ਸਕਦਾ ਹੈ। ਪਰਦੇ ਤੇ ਪ੍ਰੋਜੈਕਟ ਦੁਆਰਾ ਦਿਖਾਇਆ ਜਾਂਦਾ ਹੈ, ਬੱਚਿਆਂ ਦੇ ਸਿਰਾਂ ਦੇ ਉੱਪਰ ਪ੍ਰੋਜੈਕਟਰ ਦੁਆਰਾ ਦਿਖਾਇਆ ਜਾਂਦਾ ਹੈ। ਸੋ ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਬਿਲਕੁਲ ਸਹੀ ਹੋਏਗੀ? ਉਮੀਦ ਹੈ ਕਿ ਤੁਸੀਂ ਆਪਸ਼ਨ ਸੋਚ ਲਈ ਹੋਣੀ ਆ। ਠੀਕ ਹੈ ਜੀ, ਨਾਲ ਨਾਲ ਆਪਣੇ ਦਿਮਾਗ ਦੇ ਵਿੱਚ ਸਵਾਲਾਂ ਦੇ ਜਵਾਬ ਜ਼ਰੂਰ ਸੋਚੋ। ਪਰਦੇ ਤੇ ਪ੍ਰੋਜੈਕਟ ਦੁਆਰਾ ਸੀ ਆਪਸ਼ਨ ਬਿਲਕੁਲ ਸਹੀ ਹੈ। ਤੀਜਾ ਸਵਾਲ ਇਸ ਦਾ ਜਿਹੜਾ ਆਨਸਰ ਆ ਉਹ ਤੀਜੀ ਆਪਸ਼ਨ ਬਿਲਕੁਲ ਸਹੀ ਰਹੇਗੀ। ਅਗਲੇ ਸਵਾਲ ਤੇ ਚੱਲਦੇ ਹਾਂ ਆਪਾਂ। ਲੋ ਜੀ, ਟੈਲੀਵਿਜ਼ਨ ਤੋਂ ਪ੍ਰਸਾਰਿਤ ਨਾਟਕ, ਭਾਸ਼ਣ, ਗੀਤ, ਗੋਸ਼ਟੀ, ਕਵੀ ਦਰਬਾਰ ਆਦਿ ਪ੍ਰੋਗਰਾਮਾਂ ਤੋਂ ਭਾਸ਼ਾ ਵਿਦਿਆਰਥੀ ਨੂੰ ਨਵੀਨ ਜਾਣਕਾਰੀ ਪ੍ਰਾਪਤ ਹੁੰਦੀ ਹੈ, ਮਨੋਰੰਜਨ ਪ੍ਰਾਪਤ ਹੁੰਦਾ ਹੈ, ਸ਼ੁੱਧ ਅਤੇ ਸਪਸ਼ਟ ਭਾਸ਼ਾ ਦਾ ਗਿਆਨ ਪ੍ਰਾਪਤ ਹੁੰਦਾ ਹੈ, ਚੰਗੇ ਕਲਾਕਾਰ ਨਾਲ ਜਾਣ ਪਛਾਣ ਹੁੰਦੀ ਹੈ। ਸੋ ਟੈਲੀਵਿਜ਼ਨ ਤੋਂ ਪ੍ਰਸਾਰਿਤ ਨਾਟਕ, ਭਾਸ਼ਣ, ਗੀਤ, ਗੋਸ਼ਟੀ ਦੇ ਨਾਲ ਕੀ ਹੋਊਗਾ? ਸ਼ੁੱਧ ਅਤੇ ਸਪਸ਼ਟ ਭਾਸ਼ਾ ਦਾ ਗਿਆਨ ਪ੍ਰਾਪਤ ਹੋਵੇਗਾ। ਤੀਜੀ ਆਪਸ਼ਨ ਬਿਲਕੁਲ ਸਹੀ ਹੈ। ਅੱਗੇ ਚੱਲਦੇ ਹਾਂ। ਇੱਕ ਚੰਗਾ ਅਧਿਆਪਕ ਉਹ ਹੈ ਜਿਹੜਾ ਆਪਣੇ ਵਿਸ਼ੇ ਦਾ ਮਾਹਰ ਹੋਵੇ, ਵਿਦਵਾਨ ਹੋਵੇ, ਲੋੜੀਂਦੀਆਂ ਅਤੇ ਢੁਕਵੀਆਂ ਸਿੱਖਣ ਤਕਨੀਕਾਂ ਦੇ ਢੰਗ ਵਰਤ ਸਕੇ, ਔਖੀ ਤੋਂ ਔਖੀ ਗੱਲ ਨੂੰ ਸੌਖੇ ਤਰੀਕੇ ਦੇ ਨਾਲ ਜਾਂ ਕਹਿ ਲਓ ਕਹਿਣ ਦੇ ਜਾਂ ਸੁਣਨ ਸਾਧਨਾਂ ਦਾ ਪ੍ਰਯੋਗ ਕਰਕੇ ਸੌਖੇ ਢੰਗ ਨਾਲ ਸਮਝਾ ਸਕੇ। ਤਾਂ ਇੱਥੇ ਚੌਥੀ ਆਪਸ਼ਨ ਬਿਲਕੁਲ ਸਹੀ ਹੋਏਗੀ। ਇੱਕ ਚੰਗਾ ਅਧਿਆਪਕ ਉਹੀ ਹੈ ਜਿਹੜਾ ਕਿ ਆਪਣੇ ਵਿਦਿਆਰਥੀਆਂ ਨੂੰ ਆਪਣੇ ਵਿਸ਼ੇ ਦੇ ਨਾਲ ਜੋੜ ਕੇ ਰੱਖਦਾ ਹੈ ਅਤੇ ਨਾਲ ਹੀ ਉਸ ਵਿਸ਼ੇ ਨੂੰ ਇੰਟਰਸਟਿੰਗ ਭਾਵ ਕਿ ਜੇ ਇਹ ਸਾਧਨ ਆਧੁਨਿਕ ਸਾਧਨਾਂ ਦਾ ਪ੍ਰਯੋਗ ਕਰਕੇ ਸੌਖੇ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ। ਸੋ ਚੌਥੀ ਆਪਸ਼ਨ ਇੱਥੇ ਬਿਲਕੁਲ ਸਹੀ ਹੋਵੇਗੀ। ਅਗਲੇ ਸਵਾਲ ਤੇ ਜਾਂਦੇ ਆਪਾਂ। ਲਓ ਜੀ, ਕਹਿੰਦੇ ਜਿਸ ਜੰਤਰ ਨਾਲ ਕੇਬਲ ਦੀ ਸਹਾਇਤਾ ਦੁਆਰਾ ਸੂਚਨਾਵਾਂ ਭੇਜੀਆਂ ਜਾਂਦੀਆਂ ਹਨ ਉਸ ਨੂੰ ਕੀ ਕਿਹਾ ਜਾਂਦਾ ਹੈ? ਸੋ ਇਹ ਸਵਾਲ ਬਹੁਤ ਹੀ ਇੰਪੋਰਟੈਂਟ ਹੈ, ਇਸ ਤੋਂ ਪਹਿਲਾਂ ਪੇਪਰ ਦੇ ਵਿੱਚ ਆ ਚੁੱਕਿਆ ਹੈ। ਸੋ ਕਲੋਜ਼ਡ ਸਰਕਟ ਦੂਰਦਰਸ਼ਨ, ਇਸ ਦਾ ਇਹ ਆਪਸ਼ਨ ਬਿਲਕੁਲ ਸਹੀ ਹੈ, ਭਾਵ ਕਿ ਪਹਿਲੀ ਆਪਸ਼ਨ ਸਹੀ ਹੈ। ਅਗਲੇ ਸਵਾਲ ਤੇ ਚੱਲਦੇ ਹਾਂ। ਆਡੀਓ ਵਿਜ਼ੂਅਲ ਪ੍ਰਣਾਲੀ ਵਿੱਚ ਸਿੱਖਿਆ ਕਿਹੜੇ ਮਾਧਿਅਮ ਰਾਹੀਂ ਦਿੱਤੀ ਜਾਂਦੀ ਹੈ? ਦੇਖਣ ਅਤੇ ਪੜ੍ਹਨ ਰਾਹੀਂ, ਪੜ੍ਹਨ ਅਤੇ ਸਿੱਖਣ ਰਾਹੀਂ, ਦੇਖਣ ਅਤੇ ਸੁਣਨ ਰਾਹੀਂ, ਪੜ੍ਹਨ ਅਤੇ ਲਿਖਣ ਰਾਹੀਂ। ਆਡੀਓ ਵਿਜ਼ੂਅਲ ਪ੍ਰਣਾਲੀ ਵਿੱਚ ਸਿੱਖਿਆਰਥੀ ਕਿਹੜੇ ਮਾਧਿਅਮ ਰਾਹੀਂ ਸਿੱਖਿਆ ਪ੍ਰਾਪਤ ਕਰ ਸਕਦਾ ਹੈ? ਤਾਂ ਇਸ ਦੇ ਵਿੱਚੋਂ ਬਿਲਕੁਲ ਸਹੀ ਜਵਾਬ ਹੋਵੇਗਾ ਦੇਖਣ ਅਤੇ ਸੁਣਨ। ਆਡੀਓ ਵਿਜ਼ੂਅਲ ਦੀ ਗੱਲ ਹੋ ਰਹੀ ਹੈ। ਠੀਕ ਹੈ, ਸੋ ਇੱਥੇ ਸੀ ਆਪਸ਼ਨ ਸਹੀ ਹੈ। ਧਿਆਨ ਦੇ ਨਾਲ ਆਪਾਂ ਸਾਰੇ ਸਵਾਲਾਂ ਦੇ ਜਵਾਬ ਲਗਾਉਣੇ ਆ। ਅਗਲੇ ਸਵਾਲ 'ਤੇ ਆਪਾਂ ਆ ਚੁੱਕੇ ਹਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਮਾਸ ਮੀਡੀਆ ਦੀ ਸ਼੍ਰੇਣੀ ਅਧੀਨ ਨਹੀਂ ਆਉਂਦਾ? ਰੇਡੀਓ, ਫਿਲਮਾਂ, ਟੈਲੀਵਿਜ਼ਨ, ਚਾਰਟ। ਹੇਠ ਲਿਖਿਆਂ ਵਿੱਚੋਂ ਕਿਹੜਾ ਮਾਸ ਮੀਡੀਆ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ? ਤਾਂ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਨਹੀਂ ਆਉਂਦੀ? ਤਾਂ ਇਹਨਾਂ ਦੇ ਵਿੱਚੋਂ ਚੌਥਾ। ਅਗਲੇ ਸਵਾਲ 'ਤੇ ਚੱਲਦੇ ਆਪਾਂ, ਕਿਉਂਕਿ ਚੌਥੇ ਦੇ ਵਿੱਚ ਚਾਰਟ ਦੇ ਰੱਖਿਆ ਸੀ। ਆਡੀਓ ਹੈ ਅੱਖਾਂ ਨਾਲ ਦੇਖਣਾ, ਕੰਨਾਂ ਨਾਲ ਸੁਣਨਾ ਜਾਂ ਨੱਕ ਨਾਲ ਸੁਣਨਾ। ਨੱਕ ਨਾਲ ਸੁਣਨਾ ਹੋ ਹੀ ਨਹੀਂ ਸਕਦਾ, ਸੋ ਕੰਨਾਂ ਨਾਲ ਸੁਣਨਾ। ਤੀਜੀ ਆਪਸ਼ਨ ਬਿਲਕੁਲ ਸਹੀ ਹੈ। ਅਗਲੇ ਸਵਾਲ 'ਤੇ ਅਸੀਂ ਆ ਚੁੱਕੇ ਹਾਂ। ਵਿਜ਼ੂਅਲ ਕੀ ਹੈ? ਦੇਖਣਾ। ਤਾਂ ਇੱਥੇ ਅੱਖਾਂ ਨਾਲ ਦੇਖਣਾ, ਸੀ ਆਪਸ਼ਨ ਸਹੀ ਹੈ, ਭਾਵ ਕਿ ਤੀਜੀ ਆਪਸ਼ਨ ਬਿਲਕੁਲ ਸਹੀ ਹੈ। ਅਗਲੇ ਸਵਾਲ 'ਤੇ ਚੱਲਦੇ ਹਾਂ। ਭਾਸ਼ਾ ਪਾਠ ਪੁਸਤਕ ਦੀ ਸਹਾਇਤਾ ਨਾਲ ਵਿਦਿਆਰਥੀ ਜਾਂ ਸਿਖਿਆਰਥੀ ਕੁਝ ਵੀ ਕਹਿ ਸਕਦੇ ਆ, ਇਹੋ ਜਿਹੀ ਕੋਈ ਗੱਲ ਨਹੀਂ, ਪਾਠ ਨੂੰ ਦੁਹਰਾ ਸਕਦੇ ਹਨ, ਆਪਣੇ ਆਪ ਹੀ ਸਿੱਖ ਸਕਦੇ ਹਨ, ਸਿਖਿਆਰਥੀ ਦੀ ਪ੍ਰੀਖਿਆ ਦੀ ਤਿਆਰੀ ਕਰ ਸਕਦੇ ਹਨ, ਵਾਚਨ, ਵਾਰਤਾਲਾਪ, ਵਿਆਕਰਨ, ਰਚਨਾ ਆਦਿ ਸਿੱਖ ਸਕਦੇ ਆ ਭਾਸ਼ਾ ਪਾਠ ਪੁਸਤਕ ਦੀ ਸਹਾਇਤਾ ਦੇ ਨਾਲ। ਇਹ ਸਵਾਲ ਹੈ ਸਾਡੇ ਕੋਲੇ। ਸੋ ਇਸ ਸਵਾਲ ਦਾ ਕਿਹੜਾ ਆਪਸ਼ਨ ਬਿਲਕੁਲ ਸਹੀ ਹੋਵੇਗਾ? ਤਾਂ ਇੱਥੇ ਬਿਲਕੁਲ ਸਿੱਧਾ ਅਤੇ ਸਪਸ਼ਟ ਜਵਾਬ ਸ਼ਾਇਦ ਤੁਸੀਂ ਸੋਚ ਵੀ ਲਿਆ ਹੋਵੇ। ਪਹਿਲੀ ਆਪਸ਼ਨ ਸੋਚੀ ਹੈ, ਦੂਜੀ ਸੋਚੀ ਹੈ, ਤੀਜੀ ਸੋਚੀ ਹੈ, ਪਰ ਸਹੀ ਬਿਲਕੁਲ ਹੋਏਗਾ ਚੌਥੀ ਆਪਸ਼ਨ। ਸੋ ਰਾਈਟ ਜਵਾਬ ਹੈ ਇੱਥੇ ਚੌਥੀ ਆਪਸ਼ਨ ਬਿਲਕੁਲ ਸਹੀ ਹੈ। ਅਗਲੇ ਸਵਾਲ 'ਤੇ ਚੱਲਦੇ ਹਾਂ। ਲਓ ਜੀ, ਅਗਲਾ ਸਵਾਲ ਸਾਡੇ ਕੋਲ ਆ ਚੁੱਕਿਆ ਸਕਰੀਨ ਦੇ ਉੱਪਰ। ਦੇਖਦੇ ਆ ਬਈ ਕਿਹੜਾ ਇੱਥੇ ਬਿਲਕੁਲ ਸਹੀ ਹੋਵੇਗਾ। ਸੋ ਇੱਥੇ ਬਿਲਕੁਲ ਸਹੀ ਹੋਏਗਾ ਇਸ ਸਵਾਲ ਦਾ ਜਵਾਬ। ਪਹਿਲਾਂ ਆਪਾਂ ਸਵਾਲ ਨੂੰ ਪੜ੍ਹਾਂਗੇ, ਫਿਰ ਆਪਾਂ ਸਹੀ ਜਵਾਬ ਲਵਾਂਗੇ। ਭਾਸ਼ਾ ਸਿੱਖਿਆ ਵਿੱਚ ਵਿਆਕਰਨ, ਰਚਨਾ, ਉਚਾਰਨ, ਬੋਲਚਾਲ ਆਦਿ ਸਿਖਾਉਣ ਲਈ ਸਭ ਤੋਂ ਸੌਖਾ ਅਤੇ ਸਸਤਾ ਸਾਧਨ ਕਿਹੜਾ ਹੋ ਸਕਦਾ ਹੈ? ਸਸਤਾ ਅਤੇ ਸੌਖਾ ਸਾਧਨ ਅਸੀਂ ਲੱਭਣਾ ਤਾਂ ਕਹਿੰਦੇ ਪਾਠ ਪੁਸਤਕਾਂ, ਸਹਾਇਕ ਪੁਸਤਕਾਂ, ਦੇਖਣ ਸੁਣਨ ਸਮੱਗਰੀ, ਅਧਿਆਪਕ ਦਾ ਕੌਸ਼ਲ। ਸਭ ਤੋਂ ਸੌਖਾ ਅਤੇ ਸਸਤਾ, ਸਭ ਤੋਂ ਸੌਖਾ ਅਤੇ ਸਸਤਾ ਪਾਠ ਪੁਸਤਕਾਂ ਹੀ ਹੋ ਸਕਦੀਆਂ ਜਿਹੜੀਆਂ ਕਿ ਬੱਚਿਆਂ ਨੂੰ ਫਰੀ ਵੀ ਮਿਲਦੀਆਂ ਸਕੂਲ ਦੇ ਵਿੱਚੋਂ। ਸੋ ਇੱਥੇ ਆਪਸ਼ਨ ਅਸੀਂ ਪਹਿਲੀ ਲਗਾਵਾਂਗੇ। ਅਗਲੇ ਸਵਾਲ 'ਤੇ
ਸਿੱਖਣ ਅਧਿਆਪਨ ਸਮੱਗਰੀ ਦਾ ਅਰਥ ਹੈ ਪ੍ਰਯੋਗਸ਼ਾਲਾ ਵਿੱਚ ਪਈ ਸਹਾਇਕ ਸਮੱਗਰੀ। ਠੀਕ ਹੈ। ਓਕੇ। ਦੂਜਾ, ਸਿੱਖਣ ਸਮੇਂ ਕੰਮ ਆਉਣ ਵਾਲੀ ਸਮੱਗਰੀ। ਤੀਜਾ, ਅਧਿਆਪਨ ਸਮੇਂ ਕੰਮ ਆਉਣ ਵਾਲੀ ਸਮੱਗਰੀ। ਚੌਥਾ, ਅਧਿਆਪਕ ਦੁਆਰਾ ਪੜ੍ਹਾਉਣ ਵੇਲੇ ਵਰਤੀ ਜਾਣ ਵਾਲੀ ਦੇਖਣ ਸੁਣਨ ਸਮੱਗਰੀ। ਸਿੱਖਣ ਅਧਿਆਪਨ ਸਮੱਗਰੀ ਦਾ ਅਰਥ ਕੀ ਹੋਵੇਗਾ? ਸੋ ਇੱਥੇ ਡੀ ਆਪਸ਼ਨ ਹੀ ਸਹੀ ਰਹੇਗੀ। ਅਧਿਆਪਕ ਦੁਆਰਾ ਪੜ੍ਹਾਉਣ ਸਮੇਂ ਵਰਤੀ ਜਾਣ ਵਾਲੀ ਦੇਖਣ ਸੁਣਨ ਸਮੱਗਰੀ। ਸੋ ਜਿਹੜੇ ਵੀ ਵਿਦਿਆਰਥੀਆਂ ਨੇ ਡੀ ਆਪਸ਼ਨ ਸੋਚੀ ਸੀ ਉਹਨਾਂ ਦਾ ਬਿਲਕੁਲ ਸਹੀ ਜਵਾਬ ਹੈ। ਸੋ ਇੱਥੇ ਡੀ ਆਪਸ਼ਨ ਰਾਈਟ ਜਵਾਬ ਹੋਵੇਗਾ। ਅਗਲੇ ਸਵਾਲ 'ਤੇ ਆ ਜਾਓ। ਲਓ ਜੀ, ਅਗਲਾ ਸਵਾਲ ਦੇਖਦੇ ਹਾਂ ਕੌਣ ਸਹੀ ਆਨਸਰ ਸੋਚ ਰਿਹਾ ਹੁਣ। ਅਧਿਆਪਕ ਵੱਲੋਂ ਸ਼੍ਰੇਣੀ ਵਿੱਚ ਪੜ੍ਹਾਉਂਦੇ ਸਮੇਂ ਅਧਿਆਪਨ ਸਿੱਖਣ ਸਮੱਗਰੀ ਪ੍ਰਯੋਗ ਜ਼ਰੂਰੀ ਹੈ ਕਿਉਂਕਿ ਭਈ ਕਿਉਂ ਜ਼ਰੂਰੀ ਹੈ? ਚਲੋ ਜੀ ਦੇਖਦੇ ਹਾਂ ਵੀ ਕਿਉਂ ਜ਼ਰੂਰੀ ਹੈ। ਬੱਚੇ ਹੈਰਾਨ ਹੋ ਕੇ ਇਸ ਸਮੱਗਰੀ ਨੂੰ ਦੇਖਦੇ ਆ। ਓਕੇ, ਬਸ ਹੈਰਾਨ ਹੋ ਕੇ ਦੇਖੀ ਜਾਣਗੇ। ਇਸ ਨਾਲ ਬੱਚਿਆਂ ਦੀਆਂ ਗਿਆਨ ਇੰਦਰੀਆਂ ਵਧੇਰੇ ਚੁਸਤ ਅਤੇ ਤੇਜ਼ ਬਣਦੀਆਂ। ਬਾਅਦ ਵਿੱਚ ਬੱਚਿਆਂ ਨੂੰ ਉਹ ਸਮੱਗਰੀ ਅਧਿਆਪਕ ਵੱਲੋਂ ਮੁਫਤ ਮਿਲ ਜਾਂਦੀ ਹੈ। ਇਹਨਾਂ ਵਿੱਚੋਂ ਕੋਈ ਵੀ ਨਹੀਂ। ਹੁਣ ਬਾਅਦ ਵਿੱਚ ਉਹ ਬੱਚਿਆਂ ਨੂੰ ਆਪਾਂ ਘਰੇ ਲਿਜਾਣ ਵਾਸਤੇ ਦੇ ਹੀ ਨਹੀਂ ਸਕਦੇ। ਠੀਕ ਹੈ। ਅਧਿਆਪਨ ਸਿੱਖਣ ਸਮੱਗਰੀ ਪ੍ਰਯੋਗ ਜ਼ਰੂਰੀ ਹੈ ਕਿਉਂਕਿ ਇਸ ਨਾਲ ਬੱਚਿਆਂ ਦੀਆਂ ਗਿਆਨ ਇੰਦਰੀਆਂ ਦੇ ਵਧੇਰੇ ਚੁਸਤ ਹੁੰਦੀਆਂ ਅਤੇ ਉਹ ਤੇਜ਼ੀ ਦੇ ਨਾਲ ਚੀਜ਼ਾਂ ਨੂੰ ਸਿੱਖ ਸਕਦੇ ਆ। ਇੱਥੇ ਸਹੀ ਆਪਸ਼ਨ ਕਿਹੜੀ ਬਣੇਗੀ? ਊੜਾ, ਸੌਰੀ ਐੜਾ, ਭਾਵ ਕਿ ਦੂਜੀ। ਅਗਲੇ ਸਵਾਲ 'ਤੇ ਆ ਜਾਓ ਬਈ। ਭਾਸ਼ਾ ਸਿੱਖਿਆ ਵਿੱਚ ਦੇਖਣ ਸੁਣਨ ਸਾਧਨਾਂ ਦੀ ਵਰਤੋਂ ਕਿਹੜੇ ਸਿੱਖਿਆ ਸਿਧਾਂਤ 'ਤੇ ਆਧਾਰਿਤ ਹੈ? ਸੌਖ ਤੋਂ ਵੱਲ, ਗਿਆਤ ਤੋਂ ਅਗਿਆਤ ਵੱਲ, ਸਥੂਲ ਤੋਂ ਸੂਖਮ ਵੱਲ, ਵਿਸ਼ਲੇਸ਼ਣ ਤੋਂ ਸੰਸਲੇਸ਼ਣ ਵੱਲ। ਭਾਸ਼ਾ ਸਿੱਖਿਆ ਵਿੱਚ ਦੇਖਣ ਸੁਣਨ ਸਾਧਨਾਂ ਦੀ ਵਰਤੋਂ ਕਿਹੜੇ ਸਿੱਖਿਆ ਸਿਧਾਂਤ 'ਤੇ ਆਧਾਰਿਤ ਹੈ? ਪਹਿਲਾਂ ਅਸੀਂ ਸਵਾਲ ਨੂੰ ਧਿਆਨ ਦੇ ਨਾਲ ਪੜ੍ਹਾਂਗੇ, ਫਿਰ 4 ਆਪਸ਼ਨਾਂ ਦੇਖਾਂਗੇ। ਦੇਖਣ ਸੁਣਨ ਸਾਧਨਾਂ ਦੀ ਵਰਤੋਂ ਸੌਖ ਤੋਂ ਔਖ ਵੱਲ, ਗਿਆਤ ਤੋਂ ਅਗਿਆਤ ਵੱਲ, ਸਥੂਲ ਤੋਂ ਸੂਖਮ ਵੱਲ। ਤਾਂ ਦੇਖਣ ਸੁਣਨ ਸਾਧਨ ਜਿਹੜੇ ਹੁੰਦੇ ਆ ਸਥੂਲ ਤੋਂ ਸੂਖਮ ਵੱਲ ਦੀ ਗੱਲ ਕਰਦੇ ਆ। ਤੀਜੀ ਆਪਸ਼ਨ ਇੱਥੇ ਬਿਲਕੁਲ ਸਹੀ ਹੈ। ਸੋ ਉਮੀਦ ਹੈ ਕਿ ਤੁਸੀਂ ਇਸ ਸਵਾਲ ਦਾ ਇਹੀ ਜਵਾਬ ਸੋਚਿਆ ਹੋਣਾ। ਪਰ ਫਿਰ ਵੀ ਇੱਕ ਵਾਰੀ ਧਿਆਨ ਦੇ ਨਾਲ ਦੇਖੋ ਕਿ ਭਾਸ਼ਾ ਸਿੱਖਿਆ ਵਿੱਚ ਦੇਖਣ ਸੁਣਨ ਦੀ ਗੱਲ ਹੋ ਰਹੀ ਆ ਤਾਂ ਉਹਨਾਂ ਦੀ ਅਸੀਂ ਵਰਤੋਂ ਸਥੂਲ ਤੋਂ ਸੂਖਮ ਵੱਲ ਜਾਣ ਦੀ ਕੋਸ਼ਿਸ਼ ਦੇ ਲਈ ਵਰਤਦੇ ਹਾਂ। ਅਗਲੇ ਕੁਐਸਚਨ 'ਤੇ ਆ ਜਾਓ। ਅਗਲਾ ਕੁਐਸਚਨ ਸਾਡੇ ਕੋਲ ਹੈ ਸਕਰੀਨ ਦੇ ਉੱਪਰ। ਭਾਸ਼ਾ ਪ੍ਰਯੋਗਸ਼ਾਲਾ ਨੂੰ ਮਤਲਬ ਕਿ ਭਾਸ਼ਾ ਪ੍ਰਯੋਗਸ਼ਾਲਾ ਦੇ ਨਾਲ ਸੰਬੰਧਿਤ ਹੈ। ਸਿੱਖਿਆ ਦੀ ਵਰਤਣ ਸਮੇਂ ਪਹਿਲੀ ਆਪਸ਼ਨ ਹੈ ਵਿਦਿਆਰਥੀ ਗਾਣੇ ਅਤੇ ਗੀਤ ਸੁਣ ਸਕਦੇ ਆ। ਵਿਦਿਆਰਥੀ ਅਧਿਆਪਕ ਦੇ ਹਾਵ ਭਾਵ ਨਹੀਂ ਦੇਖ ਸਕਦੇ। ਅਧਿਆਪਕ ਨੂੰ ਵੇਲ ਪ੍ਰਾਪਤ ਹੁੰਦੀ ਹੈ ਅਤੇ ਵਿਦਿਆਰਥੀ ਆਪਣੇ ਆਪ ਸਿੱਖਿਆ ਗ੍ਰਹਿਣ ਕਰਦੇ ਹਨ। ਪਹਿਲੀ ਆਪਸ਼ਨ, ਦੂਜੀ ਆਪਸ਼ਨ, ਤੀਜੀ ਆਪਸ਼ਨ, ਚੌਥੀ ਆਪਸ਼ਨ। ਭਾਸ਼ਾ ਪ੍ਰਯੋਗਸ਼ਾਲਾ ਨੂੰ ਭਾਸ਼ਾ ਸਿੱਖਿਆ ਲਈ ਵਰਤਣ ਦੇ ਸਮੇਂ। ਤਾਂ ਸਹੀ ਉੱਤਰ ਇਹਨਾਂ ਦੇ ਵਿੱਚੋਂ ਕਿਹੜਾ ਹੋਵੇਗਾ? ਵਿਦਿਆਰਥੀ ਅਧਿਆਪਕ ਦੇ ਹਾਵ ਭਾਵ ਨਹੀਂ ਦੇਖ ਸਕਦੇ, ਦੂਜੀ ਆਪਸ਼ਨ। ਸੋ ਜਿਨ੍ਹਾਂ ਨੇ ਦੂਜੀ ਆਪਸ਼ਨ ਸੋਚੀ ਹੈ ਉਹਨਾਂ ਦਾ ਬਿਲਕੁਲ ਸਹੀ ਜਵਾਬ ਹੈ। ਚਲੋ ਜੀ ਵੱਧਦੇ ਆਪਾਂ ਅਗਲੇ ਸਵਾਲ ਦੇ ਵੱਲ। ਪ੍ਰਸ਼ਨ ਨੰਬਰ ਸਾਡੇ ਕੋਲ ਦਿੱਤਾ ਹੋਇਆ ਬਈ, ਪ੍ਰਸ਼ਨ ਦਿੱਤਾ ਹੋਇਆ ਅਤੇ 4 ਆਪਸ਼ਨਾਂ ਦੇ ਤਹਿਤ ਅਸੀਂ ਦੇਖਣਾ ਇਸ ਦਾ ਸਹੀ ਜਵਾਬ ਕਿਹੜਾ ਬਣਦਾ। ਭਾਸ਼ਾ ਸਿੱਖਿਆ ਵਿੱਚ ਭਾਸ਼ਾ ਪ੍ਰਯੋਗਸ਼ਾਲਾ ਦੀ ਵਰਤੋਂ ਇਸ ਕਾਰਨ ਹੋਈ ਕਿ ਪਹਿਲੀ ਆਪਸ਼ਨ ਭਾਸ਼ਾ ਅਧਿਆਪਕ ਨੂੰ ਇਕੱਲੇ ਬੈਠਣ ਦੀ ਇੱਕ ਵੱਖਰਾ ਕਮਰਾ ਮਿਲ ਸਕੇ। ਦੂਜੀ ਆਪਸ਼ਨ ਭਾਸ਼ਾ ਨੂੰ ਵਿਗਿਆਨ ਦਾ ਦਰਜਾ ਦਿੱਤਾ ਜਾ ਸਕੇ। ਤੀਜੀ ਵਿਅਕਤੀਗਤ ਸਿੱਖਿਆ ਅਤੇ ਸਮੂਹ ਸਿੱਖਿਆ ਵਿਚਕਾਰ ਸੁਮੇਲ ਕੀਤਾ ਜਾ ਸਕਦਾ ਹੋਵੇ। ਅਤੇ ਚੌਥੀ ਇਹਨਾਂ ਦੇ ਵਿੱਚੋਂ ਕੋਈ ਵੀ ਸਹੀ ਇਸ ਦਾ ਜਵਾਬ ਨਹੀਂ ਆ। ਠੀਕ ਹੈ। ਭਾਸ਼ਾ ਸਿੱਖਿਆ ਵਿੱਚ ਭਾਸ਼ਾ ਪ੍ਰਯੋਗਸ਼ਾਲਾ ਦੀ ਵਰਤੋਂ ਵਰਤੋਂ ਇਸ ਕਾਰਨ ਹੋਈ ਕਿ ਇਹ ਸਵਾਲ ਆ ਸਾਡੇ ਕੋਲ। ਠੀਕ ਹੈ। ਇਸ ਸਵਾਲ ਦਾ ਸਹੀ ਜਵਾਬ ਕਿਹੜਾ ਬਣੂਗਾ? ਚਲੋ ਜੀ, ਇਸ ਕਾਰਨ ਹੋਈ ਕਿ ਵਿਅਕਤੀਗਤ ਸਿੱਖਿਆ ਅਤੇ ਸਮੂਹ ਸਿੱਖਿਆ ਵਿਚਕਾਰ ਸੁਮੇਲ ਕੀਤਾ ਜਾ ਸਕਦਾ ਹੋਵੇ। ਤੀਜੀ ਆਪਸ਼ਨ ਬਿਲਕੁਲ ਸਹੀ ਹੈ। ਚੱਲਦੇ ਆਪਾਂ ਅਗਲੇ ਸਵਾਲ ਦੇ ਵੱਲ। ਅਗਲਾ ਸਵਾਲ ਸਾਡੇ ਕੋਲ ਹੈ ਕੰਪਿਊਟਰ ਦੀ ਸਹਾਇਤਾ ਨਾਲ ਭਾਸ਼ਾ ਸਿੱਖਿਆ ਨਾਲ ਸੰਬੰਧਿਤ ਸਮੱਗਰੀ ਤਿਆਰ ਕੀਤੀ ਜਾ ਸਕਦੀ ਹੈ ਜਿਸ ਵਿੱਚ ਸ਼ਾਮਲ ਹਨ ਕੰਪਿਊਟਰ ਦੀ ਸਹਾਇਤਾ ਦੇ ਨਾਲ। ਪ੍ਰਸ਼ਨ ਆਪਾਂ ਧਿਆਨ ਦੇ ਨਾਲ ਦੇਖੋ
फिर ही ਆਪਾਂ सही सवाल का जवाब लगा सकते हैं। कंप्यूटर की सहायता नाल भाषा सिक्ख्या नाल संबंधित समग्री तैयार की जा सकती है। 4 ऑप्शन ने। नंबर 1 ग्राफ, नंबर 2 कार्टून, 3 चार्ट, चौथी ये सारे। इन्हां दे बिल्कुल सही जवाब होगा ये सारे। चौथी ऑप्शन बिल्कुल सही है। अगले सवाल ते चलते हैं। व्याकरण के ज्ञान नाल भाषा का संपूर्ण ज्ञान सिक्ख्या प्राप्त हो सकता है। बिल्कुल सही, बिल्कुल गलत, संभव है, संपूर्ण नहीं। चलो जी, पहली ऑप्शन है बिल्कुल सही, दूसरी है बिल्कुल गलत, तीसरी है संभव है, चौथी है संपूर्ण नहीं। व्याकरण के ज्ञान नाल भाषा का संपूर्ण ज्ञान सिक्ख्या जां कह लो सिक्ख्या प्राप्त हो सकती है। तो सकांगे नहीं, ये संपूर्ण नहीं है। केवल व्याकरण का ज्ञान किसी भाषा को संपूर्ण नहीं कर दिंदा। अगे चलते हैं अगले सवाल के उपर। अगला सवाल साडे कोले है, व्याकरण की सिक्ख्या जरूरी हुंदी है जेकर विदेशी हो, भाषा सीखनी होवे, मात भाषा सीखनी होवे, राष्ट्रीय भाषा सीखनी होवे, कोई भी भाषा सीखनी होवे। मात भाषा सीखनी होवे तो व्याकरण की जरूरत नहीं है, वो तो तुसी व्यवहारिक जीवन के विच ही रह के उसनूं ग्रहण कर रहे हो। सो इसका सही जवाब फिर किहड़ा बनूगा? ਜਦੋਂ भी ਅਸੀਂ ਕਿਸੇ ਹੋਰ ਭਾਸ਼ਾ ਨੂੰ ਸਿੱਖਦੇ ਹਾਂ, ਵਿਦੇਸ਼ੀ ਭਾਸ਼ਾ ਨੂੰ ਸਿੱਖਦੇ ਹਾਂ, ਹੈ ਨਾ, ਉਸ ਨੂੰ ਅਸੀਂ ਸਿੱਖਣ ਦੇ ਲਈ ਅਸੀਂ ਵਿਆਕਰਨ ਦੀ ਮਹੱਤਤਾ ਨੂੰ ਸਮਝਦੇ ਹਾਂ। ਤਾਂ ਇੱਥੇ ਊੜਾ ਆਪਸ਼ਨ ਬਿਲਕੁਲ ਸਹੀ ਆਊਗਾ। ਕੋਈ ਵੀ ਭਾਸ਼ਾ ਨਹੀਂ ਆਊਗਾ, ਕੋਈ ਵੀ ਭਾਸ਼ਾ ਦੇ ਵਿੱਚ ਮਾਤ ਭਾਸ਼ਾ ਵੀ ਹੋ ਜਾਂਦੀ ਹੈ ਦਰਜ। ਚਲੋ ਜੀ, ਵਿਦਿਆਰਥੀਆਂ ਨੂੰ ਵਿਆਕਰਨ ਗਿਆਨ ਦਿੱਤਾ ਜਾਂਦਾ ਹੈ ਤਾਂ ਕਿ ਉਹ ਭਾਸ਼ਾ ਦੀ ਸ਼ੁੱਧ ਵਰਤੋਂ ਕਰ ਸਕਣ, सोहनी वरतों कर सकन, स्वै प्रगटावा कर। असल दे विच व्याकरण की सिक्ख्या शुद्धता लियाउण वास्ते असी प्रयोग करते हैं। सो इत्थे बिल्कुल सही जवाब होगा ऊड़ा ऑप्शन, भाव के पहला। जिथे बोलन, लिखण ਅਤੇ सुनन ਅਤੇ पढ़न का अभ्यास हो जाए उत्थे भाषा अशुद्ध हो जाती है, स्पष्ट हो जाती है, सौखी हो जाती है, शुद्ध हो जाती है। जिथे बोलन, लिखण, सुनन ते पढ़न का अभ्यास हो जाए। प्रश्न की है? अभ्यास हो जाए। ठीक है, सो ध्यान दे नाल असी इस प्रश्न का सही जवाब लगा सकते। जो बार बार असी अभ्यास करते हैं तो शुद्धता ते स्पष्टता होंदी है, पर इत्थे बिल्कुल सही जवाब असी डी लगा सकते हैं। ठीक है जी, स्पष्ट भी बिल्कुल सही है, पर इत्थे शुद्ध हो जाती है, असी डी ते जगावांगे। अगले प्रश्न ते आ जाओ। लो जी, बच्चे की स्वै प्रगटा की शक्ति उत्ते व्याकरण का प्रभाव पैंदा है? नहीं पैंदा, थोड़ा थोड़ा पैंदा है, बहुत ज़्यादा पैंदा है। प्रश्न की है, बच्चे की स्वै प्रगटावे की शक्ति उत्ते व्याकरण का प्रभाव किवें दा पैंदा है? पैंदा है, इत्थे कहांगे असीं नहीं पैंदा। एड़ा ऑप्शन जिन्हां ने सोचा उन्हां दा सही है। ठीक है, बच्चे की स्वै प्रगटावे की शक्ति उत्ते व्याकरण का प्रभाव नहीं पैंदा। अगले सवाल ते असी चलते हैं। लो जी, अगला सवाल तुहाडे सामने है। सवाल की है, व्याकरण के नियमां का ज्ञान इन्ना जरूरी नहीं जिन्ना उन्हां नियमां का अभ्यास ते प्रयोग लियाउणा जरूरी है, क्योंकि नियम भाषा की बोलचाल विच रुकावट पैदा करते हैं। नियम व्यक्ति के स्वै प्रगटावे विच रुकावट पैदा करते हैं। नियमां नूं जानन वाले भी अभ्यास की कमी कारण भाषा को अशुद्ध बोलते तो लिखते हैं, उपरोक्त दे विच कोई भी नहीं। ठीक है, हुण साडे कोल ये प्रश्न है। सब तो पहलां असीं प्रश्न वेखो, व्याकरण के नियमां का ज्ञान इन्ना जरूरी नहीं जिन्ना उन्हां नियमां का अभ्यास ते प्रयोग लियाना जरूरी है, क्योंकि नियम भाषा की बोल चाल विच रुकावट पैदा करते हैं। ये गलत है। नियम व्यक्ति के स्वै प्रगटावे विच नहीं। नियमां नूं जानन वाले भी अभ्यास की कमी कारण भाषा नूं अशुद्ध बोलते तो लिखते हैं। सो इत्थे असीं मन्नांगे कि नियम जानते होने के बावजूद भी कई बार असीं साडियां अभ्यास की कमी होने के कारण भी कह सकते हैं, जां फिर भाषा नूं असीं फिर भी शुद्ध नहीं बोल पाउंदे, अशुद्ध बोल रहे हुंदे हैं। ठीक है, सो इस चीज़ नूं ध्यान दे विच रखियो। अगले प्रश्न ते, भाषा दे बोलन ते लिखण लई किस दी लोड़ हुंदी है? भाषा के बोलण ते लिखण
ਦੇ ਲਈ ਲੋੜ ਕਿਸ ਦੀ ਹੁੰਦੀ ਹੈ? ਵਿਆਕਰਨ ਦੀ, ਬੋਲਣ ਤੇ ਲਿਖਣ ਲਈ ਗਿਆ ਹੈ, ਭਾਸ਼ਾ ਦੀਆਂ ਵੰਨਗੀਆਂ ਦੀ, ਮਨੁੱਖੀ ਧੁਨੀ ਅੰਕਾਂ ਦੀ। ਤਾਂ ਇੱਥੇ ਅਸੀਂ ਊੜਾ ਆਪਸ਼ਨ ਲਗਾਵਾਂਗੇ ਵਿਆਕਰਨ ਦੀ। ਹਰੇਕ ਭਾਸ਼ਾ ਦੇ ਕਿਹੜੇ ਮੁੱਖ ਅੰਗ ਹੁੰਦੇ ਆ? ਧੁਨੀ, ਸ਼ਬਦ, ਵਾਕ ਤੇ ਅਰਥ। ਠੀਕ ਹੈ, ਸੀ ਆਪਸ਼ਨ ਬਿਲਕੁਲ ਸਹੀ ਹੈ। ਹਰੇਕ ਭਾਸ਼ਾ ਦੇ ਕਿਹੜੇ ਮੁੱਖ ਅੰਗ ਹੁੰਦੇ ਆ? ਠੀਕ, ਅਗਲੇ ਪ੍ਰਸ਼ਨ ਦੇ, ਕਿਸੇ ਭਾਸ਼ਾ ਦੇ ਪੈਦਾ ਹੋਣ ਨਾਲ ਉਸਦੇ ਨਾਲ ਹੀ ਅਸਿੱਧੇ ਤੌਰ 'ਤੇ ਕਿਸ ਦਾ ਜਨਮ ਹੁੰਦਾ ਹੈ? ਤਾਂ ਨਿਯਮ ਵਿਧਾਨ ਦਾ। ਐਡ ਆਪਸ਼ਨ ਬਿਲਕੁਲ ਸਹੀ ਹੈ। ਠੀਕ ਹੈ, ਅਗਲੇ ਕੁਐਸਚਨ 'ਤੇ ਚੱਲਦੇ ਹਾਂ। ਹਰੇਕ ਭਾਸ਼ਾ ਦੀ ਵਿਆਕਰਨ ਹੁੰਦੀ ਹੈ ਵੱਖਰੀ ਅਤੇ ਨਿਵੇਕਲੀ, ਦੂਸਰੀਆਂ ਭਾਸ਼ਾਵਾਂ ਨਾਲ ਰਲਦੀ ਮਿਲਦੀ, ਗੁਆਂਢੀ ਭਾਸ਼ਾ ਨਾਲ ਰਲਦੀ ਮਿਲਦੀ, ਰਾਸ਼ਟਰੀ ਭਾਸ਼ਾ ਦੀ ਵਿਆਕਰਨ ਨਾਲ ਰਲਦੀ ਮਿਲਦੀ। ਤਾਂ ਹਰੇਕ ਭਾਸ਼ਾ ਦੀ ਵਿਆਕਰਨ ਦੇ ਵਿੱਚ ਵੱਖਰਤਾਵਾਂ ਜ਼ਰੂਰ ਦੇਖਣ ਨੂੰ ਮਿਲਦੀਆਂ ਅਤੇ ਮਤਲਬ ਅਸੀਂ ਕੀ ਕਹਾਂਗੇ? ਵੱਖਰੀ ਅਤੇ ਨਿਵੇਕਲੀ। ਇੱਥੇ ਊੜਾ ਆਪਸ਼ਨ ਬਿਲਕੁਲ ਸਹੀ ਹੈ। ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਵਿਆਕਰਨ ਭਾਸ਼ਾ ਦੇ ਕਿਹੜੇ ਅੰਗ ਦੀ ਵਿਆਖਿਆ ਨਹੀਂ ਕਰਦੀ? ਧੁਨੀਆਂ ਦੀ, ਅਰਥਾਂ ਦੀ, ਵਾਕ ਦੀ ਜਾਂ ਫਿਰ ਅੱਖਰਾਂ ਦੀ। ਇੱਥੇ ਅਸੀਂ ਲਗਾਵਾਂਗੇ ਐਡ ਆਪਸ਼ਨ। ਐਡ ਆਪਸ਼ਨ ਅਰਥਾਂ ਦੀ। ਅਗਲੇ ਪ੍ਰਸ਼ਨ 'ਤੇ ਅਸੀਂ ਆ ਚੁੱਕੇ ਹਾਂ। ਸਿੱਖਿਆ ਦਾ ਸਰਵੋਤਮ ਸਾਧਨ ਕਿਹੜਾ ਹੈ? ਲਿਪੀ, ਭਾਸ਼ਾ, ਰੇਡੀਓ, ਟੈਲੀਵਿਜ਼ਨ। ਸਿੱਖਿਆ ਦਾ ਸਰਵੋਤਮ ਸਾਧਨ ਪੁੱਛਿਆ। ਇੱਥੇ ਅਸੀਂ ਭਾਸ਼ਾ ਨੂੰ ਹੀ ਲਗਾਵਾਂਗੇ। ਐਡ ਆਪਸ਼ਨ ਸੋਚ ਲਈ ਹੋਣੀ ਹੈ ਤੁਸੀਂ, ਤਾਂ ਐਡ ਆਪਸ਼ਨ ਬਿਲਕੁਲ ਸਹੀ ਹੈ। ਲੋ ਜੀ, ਅਗਲੇ ਪ੍ਰਸ਼ਨ 'ਤੇ ਆਪਾਂ ਪਹੁੰਚ ਚੁੱਕੇ ਹਾਂ। ਰਾਸ਼ਟਰ ਭਾਸ਼ਾ ਦੇ ਰੂਪ ਵਿੱਚ ਭਾਸ਼ਾ ਦਾ ਸਭ ਤੋਂ ਵੱਡਾ ਕਾਰਜ ਕਿਹੜਾ ਹੈ? ਰਾਸ਼ਟਰ ਭਾਸ਼ਾ ਦੇ ਰੂਪ ਵਿੱਚ ਭਾਸ਼ਾ ਦਾ ਸਭ ਤੋਂ ਵੱਡਾ ਕਾਰਜ ਕਿਹੜਾ ਹੈ? ਦੋਸ਼ ਦਾ ਵਿਕਾਸ ਕਰਨਾ, ਲੋਕਾਂ ਨੂੰ ਸਿੱਖਿਅਕ ਬਣਾਉਣਾ, ਰਾਸ਼ਟਰੀ ਏਕਤਾ ਪੈਦਾ ਕਰਨਾ, ਸਾਰੇ ਧਰਮਾਂ ਵਿੱਚ ਏਕਤਾ ਲਿਆਉਣੀ। ਸਹੀ ਉੱਤਰ ਆਪਾਂ ਲੈ ਕੇ ਆਉਣਾ। ਸਹੀ ਉੱਤਰ ਆਪਾਂ ਲੈ ਕੇ ਆਉਣਾ। ਰਾਸ਼ਟਰ ਭਾਸ਼ਾ ਦੇ ਰੂਪ ਵਿੱਚ ਭਾਸ਼ਾ ਦਾ ਸਭ ਤੋਂ ਵੱਡਾ ਕਾਰਜ ਰਾਸ਼ਟਰੀ, ਸਾਰੇ ਧਰਮਾਂ ਵਿੱਚ ਏਕਤਾ ਲਿਆਉਣੀ, ਰਾਸ਼ਟਰੀ ਏਕਤਾ ਪੈਦਾ ਕਰਨਾ ਹੀ ਸਹੀ ਹੈ। ਈਡੀ ਆਪਸ਼ਨ। ਠੀਕ ਹੈ, ਈਡੀ ਆਪਸ਼ਨ ਬਿਲਕੁਲ ਸਹੀ ਹੈ। ਧਾਰਮਿਕ ਵੱਖਰਤਾਵਾਂ ਹਰ ਧਰਮ ਦੇ ਵਿੱਚ ਹੈ, ਪਰ ਸਾਰੇ ਧਰਮਾਂ ਦੇ ਵਿੱਚ ਜੇ ਆਪਾਂ ਕਹੀਏ ਸਾਰਿਆਂ ਨੂੰ ਇੱਕੋ ਹੀ ਸਮਝਣਾ ਚਾਹੀਦਾ ਹੈ। ਰਾਜ ਹੈ ਜਿਹੜਾ ਰਾਸ਼ਟਰ ਉਹ ਨਿਰਪੱਖ ਹੈ, ਉਹਦੇ ਲਈ ਸਾਰੇ ਧਰਮ ਇੱਕ ਬਰਾਬਰ ਹੈ। ਭਾਸ਼ਾ ਦਾ ਸਮਾਜ ਪ੍ਰਤੀ ਸਭ ਤੋਂ ਵੱਡਾ ਕਾਰਜ ਕਿਹੜਾ ਹੈ? ਭਾਸ਼ਾ ਦਾ ਸਮਾਜ ਦੇ ਪ੍ਰਤੀ ਸਭ ਤੋਂ ਵੱਡਾ ਕਾਰਜ, ਭਾਸ਼ਾ ਨਾਲ ਸਮਾਜ ਵਿਕਾਸ ਕਰਦਾ ਹੈ, ਪਰ ਇੱਥੇ ਭਾਸ਼ਾ ਦਾ ਸਮਾਜ ਪ੍ਰਤੀ ਪੁੱਛਿਆ ਗਿਆ। ਇਹ ਸਮਾਜ ਦਾ ਗਿਆਨ ਸੁਰੱਖਿਅਤ ਰੱਖਦੀ ਹੈ, ਇਹ ਵਿਅਕਤੀ ਨੂੰ ਇੱਕ ਦੂਸਰੇ ਨਾਲ ਜੋੜਦੀ ਹੈ, ਇਹ ਸਮਾਜ ਵਿੱਚ ਇਕਸੁਰਤਾ ਲਿਆਉਂਦੀ ਹੈ। ਚਾਰੇ ਆਪਸ਼ਨਾਂ ਦੇ ਵਿੱਚੋਂ ਜਿਹੜੀ ਭਾਸ਼ਾ ਦਾ ਸਮਾਜ ਪ੍ਰਤੀ ਸਭ ਤੋਂ ਵੱਡਾ ਕਾਰਜ ਪੁੱਛਿਆ ਗਿਆ ਉਸ ਦੇ ਮੁਤਾਬਕ ਐਡ ਆਪਸ਼ਨ ਬਿਲਕੁਲ ਸਹੀ ਹੈ, ਭਾਵ ਕਿ ਬੀ ਆਪਸ਼ਨ। ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਭਾਸ਼ਾ ਇੱਕ ਯੰਤਰ ਹੈ, ਇੱਕ ਸਾਧਨ ਹੈ ਜਿਸ ਦੁਆਰਾ ਆਨੰਦ, ਪ੍ਰਸੰਨਤਾ ਅਤੇ ਗਿਆਨ ਪ੍ਰਾਪਤ ਹੁੰਦਾ ਹੈ। ਇਹ ਰੁਚੀਆਂ ਅਤੇ ਭਾਵਨਾਵਾਂ ਦਾ ਨਿਰਦੇਸ਼ਕ ਹੈ। ਇਹ ਕਥਨ ਕਿਹੜੇ ਵਿਦਵਾਨ ਦਾ ਹੈ? ਮਹਾਤਮਾ ਗਾਂਧੀ ਦਾ, ਜਵਾਹਰ ਲਾਲ ਨਹਿਰੂ ਦਾ, ਗੇਟਸ ਦਾ, ਰਾਇਬਰਨ ਦਾ। ਇਹਨਾਂ ਦੇ ਵਿੱਚੋਂ ਕਿਸੇ ਦਾ ਵੀ ਨਹੀਂ। ਭਾਸ਼ਾ ਇੱਕ ਯੰਤਰ ਹੈ। ਭਾਸ਼ਾ ਇੱਕ ਯੰਤਰ ਕੌਣ ਕਹਿੰਦਾ ਹੈ? ਰਾਇਬਰਨ। ਸੋ ਇੱਥੇ ਡੀ ਆਪਸ਼ਨ ਬਿਲਕੁਲ ਸਹੀ ਹੈ। ਠੀਕ ਹੈ, ਅਗਲੇ ਕੁਐਸਚਨ 'ਤੇ ਚੱਲਦੇ ਹਾਂ। ਅਗਲੇ ਪ੍ਰਸ਼ਨ ਦੇ ਉੱਪਰ ਅਸੀਂ ਆ ਚੁੱਕੇ ਹਾਂ ਵੀ ਭਾਸ਼ਾ ਦਾ ਅਸਲ ਰੂਪ ਸ਼ਾਮਲ ਹੁੰਦਾ ਹੈ ਉਸਦੀਆਂ ਧੁਨੀਆਂ ਵਿੱਚ, ਲਿਪੀ ਵਿੱਚ, ਵਾਕਾਂ ਵਿੱਚ, ਅੱਖਰਾਂ ਵਿੱਚ। ਤਾਂ ਅਸਲ ਦੇ ਵਿੱਚ ਧੁਨੀ ਵਿੱਚ ਹੀ ਅਸਲ ਰੂਪ ਸਮਾਇਆ ਹੁੰਦਾ ਹੈ। ਜੇਕਰ ਆਪਾਂ ਦੁਨੀਆ ਦੀਆਂ ਭਾਸ਼ਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਧੁਨੀ ਕਰਕੇ ਹੀ ਉਹ ਜਾਣੀਆਂ ਜਾਂਦੀਆਂ ਨੇ। ਪੰਜਾਬੀ ਭਾਸ਼ਾ ਇੱਕ ਅਜਿਹੀ ਭਾਸ਼ਾ ਹੈ ਜਿਹਦੇ ਵਿੱਚ ਸੁਰ ਦਾ ਬਹੁਤ ਅਸਰ ਹੈ ਬਾਕੀ ਸਾਰੀਆਂ ਭਾਸ਼ਾਵਾਂ ਦੇ ਨਾਲੋਂ, ਅਤੇ ਬਾਕੀ ਸੁਰ ਵੀ ਪੰਜਾਬੀ ਦੇ ਵਿੱਚ 3 ਤਰ੍ਹਾਂ ਦੀ ਹੈ। ਲਿਪੀ ਨੂੰ ਅੰਗਰੇਜ਼ੀ ਵਿੱਚ ਸਕ੍ਰਿਪਟ ਆਖਦੇ ਆ। ਪੰਜਾਬੀ ਦੀ ਲਿਪੀ ਗੁਰਮੁਖੀ ਹੈ। ਵੈਸੇ ਪੰਜਾਬੀ ਦੀ ਸ਼ਾਹਮੁਖੀ ਵੀ ਹੈ, ਅਤੇ ਜੇਕਰ ਅਸੀਂ ਪੰਜਾਬੀ ਦੀ ਲਿਪੀ ਦੀ ਗੱਲ ਕਰੀਏ ਤਾਂ ਪੰਜਾਬੀ ਦੀਆਂ ਲਿਪੀਆਂ 2 ਆ। ਓਕੇ, ਅਤੇ ਧੁਨੀ ਨੂੰ ਅੱਗੋਂ 2 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ। ਬਹੁਤ ਵਾਰ ਮੈਂ ਦੱਸ ਚੁੱਕੀ ਹਾਂ।
ਵਾਕ ਵੀ ਅੱਗੋਂ 3 ਪ੍ਰਕਾਰ ਦੇ, ਸਧਾਰਨ ਵਾਕ, ਸੰਯੁਕਤ ਵਾਕ, ਮਿਸ਼ਰਤ ਵਾਕ। ਸੋ ਇਹ ਸਾਰੇ ਸਵਾਲਾਂ ਨੂੰ ਅਸੀਂ ਧਿਆਨ ਦੇ ਵਿੱਚ ਰੱਖਾਂਗੇ। ਨਾਲੋਂ ਨਾਲ ਅਗਲੇ ਕੁਐਸਚਨ 'ਤੇ ਆ ਚੁੱਕੇ ਹਾਂ ਆਪਾਂ। ਲਓ ਜੀ, ਪ੍ਰਸ਼ਨ ਹੈ ਸਾਡੇ ਕੋਲੇ, ਭਾਸ਼ਾ ਦਾ ਅਸਲ ਰੂਪ ਹੁੰਦਾ ਹੈ। ਇਹ PS ਟੈਟ ਦੇ ਵਿੱਚ ਪੁੱਛਿਆ ਗਿਆ ਸਵਾਲ ਹੈ, ਤਾਂ ਅਸੀਂ ਕਹਾਂਗੇ ਮੌਖਿਕ। ਅਸਲ ਰੂਪ ਹੁੰਦਾ ਹੈ ਮੌਖਿਕ। ਦੂਸਰਾ, ਪਹਿਲਾ ਇਹੀ ਹੈ, ਪਹਿਲਾ ਵੀ ਇਹੀ ਹੈ, ਅਸਲ ਵੀ ਇਹੀ ਹੈ, ਠੀਕ ਹੈ। ਦੂਸਰਾ ਲਿਖਤ ਹੈ। ਬੱਚੇ ਦਾ ਭਾਸ਼ਾ ਗਿਆਨ ਸ਼ੁਰੂ ਹੁੰਦਾ ਹੈ ਇੱਕ ਸ਼ਬਦ ਤੋਂ, ਇੱਕ ਵਾਕ ਤੋਂ, ਇੱਕ ਧੁਨੀ ਤੋਂ। ਬੱਚੇ ਦਾ ਭਾਸ਼ਾ ਗਿਆਨ ਸ਼ੁਰੂ ਹੁੰਦਾ ਹੈ ਇੱਕ ਸ਼ਬਦ ਤੋਂ। ਊੜਾ ਆਪਸ਼ਨ ਬਿਲਕੁਲ ਸਹੀ ਹੈ। ਆ ਜਾਓ ਜੀ, ਆਪਾਂ ਅਗਲੇ ਸਵਾਲ 'ਤੇ ਆ ਚੁੱਕੇ ਹਾਂ ਅਤੇ ਅਗਲਾ ਸਵਾਲ ਸਾਡੀ ਸਕਰੀਨ ਦੇ ਉੱਪਰ ਹੈ। ਉਮੀਦ ਹੈ ਕਿ ਤੁਸੀਂ ਇਸ ਨੂੰ ਧਿਆਨ ਦੇ ਨਾਲ ਪੜ੍ਹ ਰਹੇ ਹੋਵੋਗੇ। ਸਾਰੇ ਪ੍ਰਸ਼ਨਾਂ ਨੂੰ ਆਪਾਂ ਬਹੁਤਾ ਡਿਸਕਸ ਨਹੀਂ ਕਰ ਰਹੇ, ਕਿਉਂਕਿ ਮੈਨੂੰ ਇਹ ਹੈ ਵੀ ਚਲੋ ਆਪਾਂ ਸਾਰਾ ਸਿਲੇਬਸ ਕਵਰ ਕਰੀਏ, ਪੇਪਰ ਦੇ ਤੱਕ ਜਿੰਨੇ ਵੀ MCQ ਉਹਨਾਂ ਨੂੰ ਕਵਰ ਕਰ ਲਈਏ, ਠੀਕ ਹੈ। ਕਲਾਸ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ, ਤਾਂ ਕਿ ਹੋਰਾਂ ਵਿਦਿਆਰਥੀਆਂ ਤੱਕ ਵੀ ਆਪਣਾ YouTube ਚੈਨਲ ਪਹੁੰਚੇ, ਤਾਂ ਕਿ ਉਹਨਾਂ ਨੂੰ ਹੈਲਪ ਹੋ ਸਕੇ। ਕਿਉਂਕਿ ਬਹੁਤ ਸਾਰੀਆਂ ਕਲਾਸਾਂ ਜਿਹੜੀਆਂ PS ਟੈਟ ਪੰਜਾਬੀ ਦੀਆਂ, ਪੈਡਾਗੋਜੀ ਦੀਆਂ, ਪੰਜਾਬੀ ਵਿਆਕਰਨ ਦੀਆਂ ਆਪਾਂ ਲਗਾ ਰਹੇ ਹਾਂ, ਅਤੇ ਇਸ ਤੋਂ ਪਹਿਲਾਂ ਲਗਾ ਵੀ ਦਿੱਤੀਆਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਲਗਾਉਣੀਆਂ ਵੀ ਹੈ। ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ, ਤਾਂ ਕਿ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਆਵੇ, ਠੀਕ ਹੈ। ਸੋ ਚੱਲਦੇ ਆਪਾਂ ਅਗਲੇ ਸਵਾਲ ਦੇ ਵੱਲ। ਬੱਚੇ ਦਾ ਭਾਸ਼ਾ ਗਿਆਨ ਸ਼ੁਰੂ ਕਿਸ ਤੋਂ ਹੁੰਦਾ ਹੈ? ਇੱਕ ਸ਼ਬਦ ਤੋਂ। ਇਸ ਦਾ ਸਵਾਲ ਅਸੀਂ ਦੇ ਚੁੱਕੇ ਹਾਂ। ਬੱਚੇ 'ਤੇ ਭਾਸ਼ਾ ਗਿਆਨ ਦਾ ਆਧਾਰ ਹੁੰਦਾ ਹੈ ਭਾਸ਼ਾ ਦੇ ਅੱਖਰ, ਵਾਕ, ਧੁਨੀਆਂ, ਉਪਰੋਕਤ ਸਾਰੇ। ਭਾਸ਼ਾ ਦਾ ਆਧਾਰ ਜਾਂ ਭਾਸ਼ਾ ਦਾ ਆਧਾਰ ਜਦੋਂ ਅਸੀਂ ਗੱਲ ਕਰਨੀ ਹੈ ਤਾਂ ਧੁਨੀਆਂ ਹੀ ਆ, ਠੀਕ ਹੈ। ਸੋ C ਆਪਸ਼ਨ ਬਿਲਕੁਲ ਸਹੀ ਹੈ। ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ ਜੀ। ਅਗਲਾ ਪ੍ਰਸ਼ਨ ਸਾਡੇ ਕੋਲ ਹੈ, ਭਾਸ਼ਾ ਸੁਣਨ ਅਤੇ ਸਮਝਣ ਦਾ ਕਾਰਜ ਬੱਚਾ ਵੱਖ-ਵੱਖ ਤਰ੍ਹਾਂ ਨਾਲ ਕਰਦਾ ਹੈ, ਇੱਕ ਸਮੇਂ ਨਾਲੋਂ ਨਾਲ ਕਰਦਾ ਹੈ। ਸੁਣਨ ਪਹਿਲਾਂ ਅਤੇ ਸਮਝਣ ਬਾਅਦ ਦੇ ਵਿੱਚ ਕਰਦਾ ਹੈ। ਲਓ ਜੀ, ਇਸ ਸਵਾਲ ਦਾ ਸਹੀ ਜਵਾਬ ਦੇਖਦੇ ਹਾਂ। ਕਿਸ ਨੇ ਪਹਿਲਾਂ ਸੋਚ ਲਿਆ? ਵੈਸੇ ਸੋਚ ਹੀ ਲਿਆ। ਇਹ ਨਾਲੋਂ ਨਾਲ ਚੱਲਦਾ ਹੈ। ਸੁਣਨਾ ਅਤੇ ਸਮਝਣਾ ਨਾਲੋਂ ਨਾਲ ਚੱਲਦਾ ਹੈ। ਐਡ ਆਪਸ਼ਨ ਬਿਲਕੁਲ ਸਹੀ ਹੈ। ਅਗਲੇ ਸਵਾਲ 'ਤੇ ਆਪਾਂ ਆ ਚੁੱਕੇ ਹਾਂ, ਜਿਹੜਾ ਕਿ ਵੈਸੇ ਤਾਂ ਆਪਣੇ ਕੋਲ 45 ਨੰਬਰ ਬਣਦਾ ਹੈ ਕੁਐਸਚਨ। ਲਓ ਜੀ, ਭਾਸ਼ਾ ਸਿੱਖਿਆ ਦਾ ਬਹੁਤਾ ਕਾਰਜ ਹੁੰਦਾ ਹੈ ਲਿਖਤ ਕੌਸ਼ਲ। ਊੜਾ ਆਪਸ਼ਨ ਕਹਿੰਦੇ ਲਿਖਤ ਦੇ ਨਾਲ, ਐੜਾ ਕਹਿੰਦੇ ਮੌਖਿਕ ਕੌਸ਼ਲ ਦੇ ਨਾਲ, ਤੇ ਈੜੀ ਕਹਿੰਦੇ ਪੜ੍ਹਨ ਕੌਸ਼ਲ ਦੇ ਨਾਲ, ਅਤੇ ਸੱਸਾ ਕਹਿੰਦੇ ਸੁਣਨ ਕੌਸ਼ਲ ਦੇ ਨਾਲ। ਤਾਂ ਜ਼ਿਆਦਾ ਜਿਹੜਾ ਕਾਰਜ ਹੁੰਦਾ ਉਹ ਮੌਖਿਕ ਕੌਸ਼ਲ ਦੇ ਨਾਲ ਹੁੰਦਾ, ਅਤੇ ਇੱਥੇ ਬਿਲਕੁਲ ਸਹੀ ਜਵਾਬ ਹੋਵੇਗਾ B ਆਪਸ਼ਨ। ਅਗਲੇ ਸਵਾਲ 'ਤੇ ਚੱਲਦੇ ਹਾਂ। ਲਓ ਜੀ, ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਭਾਸ਼ਣਾਂ, ਸੰਮੇਲਨਾਂ, ਵਿਚਾਰ ਗੋਸ਼ਟੀਆਂ ਦੇ ਸੈਮੀਨਾਰਾਂ ਤੋਂ ਲਾਭ ਉਠਾਉਣ ਲਈ ਵਿਅਕਤੀ ਨੂੰ ਹੋਣਾ ਚਾਹੀਦਾ ਹੈ ਲਿਖਤੀ ਕੌਸ਼ਲ ਵਿੱਚ ਮਾਹਰ, ਮੌਖਿਕ ਕੌਸ਼ਲ ਵਿੱਚ ਮਾਹਰ, ਸੁਣਨ ਅਤੇ ਸਮਝਣ ਕੌਸ਼ਲ ਵਿੱਚ ਮਾਹਰ, ਭਾਸ਼ਾ ਦੇ ਸਾਰੇ ਕੌਸ਼ਲਾਂ ਵਿੱਚ ਮਾਹਰ ਹੋਣਾ ਚਾਹੀਦਾ। ਸੋ ਦੇਖੋ, ਜੇਕਰ ਅਸੀਂ ਗੋਸ਼ਟੀਆਂ ਦੇ ਵਿੱਚ, ਸੰਮੇਲਨਾਂ ਦੇ ਵਿੱਚ, ਭਾਸ਼ਣਾਂ ਦੇ ਵਿੱਚ ਵਿਚਾਰ ਦੇਣੇ ਆਪਣੇ, ਜਾਂ ਇਹਨਾਂ ਤੋਂ ਲਾਭ ਉਠਾਉਣਾ, ਤਾਂ ਸਾਨੂੰ ਇਹਨਾਂ ਸਾਰੇ ਕੌਸ਼ਲਾਂ ਦਾ ਗਿਆਨ ਹੋਣਾ ਲਾਜ਼ਮੀ ਹੈ। ਤਾਂ ਭਾਸ਼ਾ ਦੇ ਸਾਰੇ ਕੌਸ਼ਲਾਂ ਦੇ ਵਿੱਚ ਹੀ ਧਿਆਨ ਦਈਏ, ਜਾਂ ਫਿਰ ਆਪਾਂ ਸੁਣਨ ਅਤੇ ਸਮਝਣ ਦੇ ਵੱਲ ਹੀ ਦਈਏ। ਬਸ ਜੇਕਰ ਅਸੀਂ ਭਾਸ਼ਣ ਸੁਣਨੇ ਹੈ, ਸੰਮੇਲਨ ਸੁਣਨੇ ਹੈ, ਵਿਚਾਰ ਗੋਸ਼ਟੀਆਂ ਦੇ ਸੈਮੀਨਾਰਾਂ ਤੋਂ ਲਾਭ ਉਠਾਉਣਾ ਹੈ, ਵਿਅਕਤੀ ਨੂੰ ਸੁਣਨ ਅਤੇ ਸਮਝਣ ਕੌਸ਼ਲ ਦੇ ਵਿੱਚ ਹੀ ਮਹਾਰਤ ਹਾਸਲ ਕਰਨੀ ਚਾਹੀਦੀ ਹੈ। ਸੋ ਇੱਥੇ ਅਸੀਂ ਸਹੀ ਲਗਾਵਾਂਗੇ ਈਡੀ ਆਪਸ਼ਨ। ਸਾਰੇ ਕੌਸ਼ਲਾਂ ਦੇ ਵਿੱਚ ਲਿਖਣਾ ਪੜ੍ਹਨਾ ਵੀ ਆ ਜਾਂਦਾ, ਇੱਥੇ C ਲਗਾਵਾਂਗੇ। ਅਗਲੇ ਪ੍ਰਸ਼ਨ 'ਤੇ ਆ ਜਾਂਦੇ ਹਾਂ। ਭਾਸ਼ਾ ਦੇ ਸੁਣਨ ਕੌਸ਼ਲ ਤੋਂ ਭਾਵ ਕੀ ਹੈ? ਭਾਸ਼ਾ ਨੂੰ ਸੁਣਨਾ, ਭਾਸ਼ਾ ਨੂੰ ਜਾਣਨਾ, ਧੁਨੀਆਂ ਦੇ ਸੁਣ ਕੇ ਅਰਥ ਗ੍ਰਹਿਣ ਕਰਨੇ, ਉਪਰੋਕਤ ਸਾਰੇ। ਸੁਣਨ ਕੌਸ਼ਲ ਦਾ ਭਾਵ ਕਿ ਕਿਸੇ ਨੇ ਕੁਝ ਸੁਣਾਇਆ, ਅਸੀਂ ਸੁਣ ਕੇ ਛੱਡਤਾ। ਅਸਲ ਦੇ ਵਿੱਚ ਉਹਨਾਂ ਸਾਰਿਆਂ ਸੁਣਨ ਦੇ ਨਾਲ ਨਾਲ ਉਹਨਾਂ ਦੇ ਅਰਥ ਵੀ ਗ੍ਰਹਿਣ ਕਰਨੇ। ਈਡੀ ਆਪਸ਼ਨ ਇੱਥੇ ਬਿਲਕੁਲ ਸਹੀ ਜਵਾਬ ਹੋਊਗਾ ਇਸ ਦਾ। ਅਗਲੇ ਪ੍ਰਸ਼ਨ 'ਤੇ ਆਪਾਂ ਆ ਚੁੱਕੇ ਹਾਂ ਬਈ, ਵਿਚਾਰਾਂ ਦਾ ਆਦਾਨ ਪ੍ਰਦਾਨ ਭਾਸ਼ਾ ਦੇ ਕਿਹੜੇ ਕੌਸ਼ਲ ਦੁਆਰਾ ਵਧੀਆ ਹੁੰਦਾ ਹੈ? ਸੁਣਨ ਅਤੇ ਸਮਝਣ, ਬੋਲਣ, ਲਿਖਣ, ਪੜ੍ਹਨ। ਵਿਚਾਰਾਂ ਦਾ ਆਦਾਨ ਪ੍ਰਦਾਨ ਕਿਹੜੇ ਕੌਸ਼ਲ ਦੇ ਨਾਲ ਵਧੀਆ ਹੁੰਦਾ ਹੈ? ਬੋਲਣ ਦੇ ਨਾਲ। ਅਗਲੇ 'ਤੇ ਚੱਲਦੇ ਹਾਂ। ਆਦਾਨ ਪ੍ਰਦਾਨ ਦੀ ਗੱਲ ਕੀਤੀ ਉਹਨਾਂ ਨੇ, ਇਹ ਗੱਲ ਧਿਆਨ ਵਿੱਚ ਰੱਖਣੀ ਹੈ। ਬੱਚੇ ਦੇ ਜੀਵਨ ਦੇ ਬਹੁਤੇ ਕਾਰਜ ਭਾਸ਼ਾ ਦੇ ਕਿਹੜੇ ਕੌਸ਼ਲ ਦੁਆਰਾ ਹੁੰਦੇ ਹੈ? ਬਹੁਤੇ ਕਾਰਜ ਤਾਂ ਮੌਖਿਕ ਰੂਪ ਵਿੱਚ ਹੀ ਜ਼ਿਆਦਾ ਹੁੰਦੇ ਆ। ਬੱਚੇ ਦੇ ਜੀਵਨ ਦੇ ਬਹੁਤੇ ਕਾਰਜ ਪੁੱਛਿਆ ਗਿਆ, ਤਾਂ ਇੱਥੇ ਅਸੀਂ ਕਹਾਂਗੇ ਮੌਖਿਕ
औखिक नहीं, मौखिक कौशल दे नाल। ठीक है, डी ऑप्शन बिल्कुल सही है। लो जी, भाषा वाचन की ਪ੍ਰੀਖਿਆ ਵਿੱਚ भी शामिल होना चाहिए है लिखती कौशल, उचित गति नाल शुद्ध वाचन, सुनन ते समझन कौशल, उपरोक्त सारे ही। प्रश्न की है कि भाषा वाचन की ਪ੍ਰੀਖਿਆ ਵਿੱਚ भी शामिल होना चाहिए है लिखती कौशल, सुनन ते समझन कौशल, वाचन की ਹੁੰਦਾ पढ़ना। ठीक है, उचित गति नाल शुद्ध वाचन, उपरोक्त सारे। सुनन ते समझन कौशल शामिल होना चाहिए है, इत्थे सी ऑप्शन बिल्कुल सही है। वन सेकेंड भाषा वाचन की ਪ੍ਰੀਖਿਆ ਵਿੱਚ शामिल उचित गति नाल शुद्ध वाचन, सॉरी माफ़ करना, इत्थे बिल्कुल सही होगा एड ऑप्शन। एड ऑप्शन सही होगा। अगले सवाल ते चलते हैं बई, अगले सवाल के उपर। लो जी, अगला सवाल है भाषा मलंकन की प्रचलित विधि की मुख्य त्रुटि दोष है कि वह वस्तुनिष्ठ नहीं, विज्ञानक नहीं। भाषा ज्ञान, तीजी ऑप्शन है भाषा ज्ञान तो कई परखती है पर भाषा कौशलों की परख नहीं करती। चौथी उपरोक्त विचों कोई भी नहीं। तो चार ऑप्शन दित्तियां हुई सानू। ठीक है, भाषा मलंकन की प्रचलित विधि की मुख्य त्रुटि दोष की है, ये है प्रश्न। तो सब तो वड्डी ऑप्शन ਉਹੀ सही है। लो जी, आप भी ला लईए तुक्का, पर नहीं, इस सवाल के मुताबिक ये सही अर्थ प्रगटा रही है। भाषा ज्ञान तो कई परखती है पर भाषा कौशलों की परख नहीं करती। सो इत्थे सी ऑप्शन सही है। अगले सवाल ते आ गए आप। भाषा विच वस्तुनिष्ठ ਪ੍ਰੀਖਿਆਵਾਂ कोई, पहली ऑप्शन दे विच क्या है ऊड़ा, कोई लाभ नहीं ऐड़ा, बहुत जटिल होंदियां, बच्चे का उचारण सुधारदियां, वस्तुनिष्ठ ते विश्वासयोग होंदियां हन। वस्तुनिष्ठ ਪ੍ਰੀਖਿਆਵਾਂ असल दे विच विश्वासयोग होंदियां। ठीक है, बिल्कुल सही है। सो इत्थे डी ऑप्शन सही लगावांगे, डी। निबंधात्मक ਪ੍ਰੀਖਿਆਵਾਂ द्वारा बच्चे एक मिनट विच वाचन शक्ति विकसित होंदी है, चंगे बुलारे के गुण पैदा होंदे है, चंगे नेता के गुण पैदा होंदे आ। तो निबंधात्मक ਪ੍ਰੀਖਿਆ ਦੇ ਵਿੱਚ ਉਹ ਵੱਡੇ ਵੱਡੇ ਨਿਬੰਧ ਲਿਖਦਾ ਹੈ, ਭਾਵ ਕਿ ਉਹ ਆਪ ਦੇ ਵਿਚਾਰ ਵੀ ਲਿਖ ਸਕਦਾ ਬੱਚਾ, ਇਹੋ ਜਿਹੀ ਕੋਈ ਗੱਲ ਨਹੀਂ। ਠੀਕ ਹੈ, ਸੋ ਇੱਥੇ ਅਸੀਂ ਕਹਾਂਗੇ ਕਿ ਇੱਕ ਚੰਗਾ ਨੇਤਾ ਕਿਵੇਂ ਬਣ ਜਾਊਗਾ, ਚੰਗੇ ਬੁਲਾਰਾ ਕਿਵੇਂ ਬਣ ਜਾਊਗਾ, ਵਾਚਨ ਸ਼ਕਤੀ ਵਿਕਸਿਤ ਕਿਵੇਂ ਹੋ ਜਾਊਗੀ। ਇਹ ਜ਼ਰੂਰ ਕਹਿ ਸਕਦੇ ਹਾਂ ਕਿ ਵਿਦਿਆਰਥੀ ਦੇ ਵਿੱਚ ਨਿਬੰਧਾਤਮਕ ਪ੍ਰੀਖਿਆ ਦੇ ਨਾਲ ਵਿਚਾਰਾਂ ਦੇ ਜਿਹੜੇ ਰਚਨਾਤਮਕਤਾ ਪੈਦਾ ਜ਼ਰੂਰ ਹੁੰਦੀ ਹੈ। ਸੋ ਇੱਥੇ ਉਪਰੋਕਤ ਦੇ ਵਿੱਚੋਂ ਕੋਈ ਵੀ ਨਹੀਂ ਲਗਾਵਾਂਗੇ। ਸੋ ਇੱਥੇ ਕੋਈ ਆਪਸ਼ਨ ਬਣ ਨਹੀਂ ਰਹੀ ਨਿਬੰਧਾਤਮਕ ਪ੍ਰੀਖਿਆ ਦੇ ਦੁਆਰਾ ਦੇ ਮੁਤਾਬਕ। ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ ਹੁਣ ਆਪਾਂ। ठीक है, अगला भी इसे मुताबिक ही होना चाहिए प्रश्न, इसे मुताबिक ही है, मतलब कि निबंधात्मक ਪ੍ਰੀਖਿਆ के उपर ही है। निबंधात्मक ਪ੍ਰੀਖਿਆਵਾਂ पूरी तरह प्रमाणक नहीं होंदियां क्योंकि उचारण योग्यता, वाचन योग्यता, उच्ची वाचन योग्यता, लिखत भाषा विच विचार प्रगटा करन दी योग्यता। उच्ची वाचन योग्यता हुंदी है, कहते निबंधात्मक ਪ੍ਰੀਖਿਆਵਾਂ द्वारा भाषा की किहड़ी योग्यता परखी जाती है। लिखत भाषा विच विचार प्रगटा करन दी योग्यता। नहीं इन्होंने पूछा निबंधात्मक ਪ੍ਰੀਖਿਆ पूरी तरह प्रमाणक नहीं होंदी। साडे कोले पहला आ प्रश्न है, निबंधात्मक ਪ੍ਰੀਖਿਆਵਾਂ पूरी तरह प्रमाणक नहीं होंदियां क्योंकि इस नाल विद्यार्थी के दिमाग ते बुरा असर पैंदा है। अच्छा जी, इस नाल विद्यार्थी के दिमाग ते बुरा असर पैंदा है। असल दे विच मैनूं ये सारे लग रहे हैं विश्वासयोग नहीं, वस्तुनिष्ठ की घाट है क्योंकि वस्तुनिष्ठ तो हुंदे ही नहीं ना, ये सारे ही है। सस्सा ऑप्शन है, एक बार आपां सारे ही लगावांगे बिल्कुल सही तो सस्सा ही आऊगा। ठीक है, अगले सवाल ते असीं चलदे हां जी। निबंधात्मक ਪ੍ਰੀਖਿਆਵਾਂ द्वारा भाषा की किहड़ी योग्यता परखी जा सकती है। निबंधात्मक दे नाल विचारण योग्यता, वाचन योग्यता,
ਉੱਚੀ ਵਾਚਨਯੋਗਤਾ, ਲਿਖਤ ਭਾਸ਼ਾ ਵਿੱਚ ਵਿਚਾਰ ਪ੍ਰਗਟਾ ਕਰਨ ਦੀ ਯੋਗਤਾ। ਸੋ ਇੱਥੇ ਸਹੀ ਆਪਸ਼ਨ ਬਣੂਗੀ ਸੱਸਾ। लगाओ इसका राइट जवाब सस्सा ऑप्शन बिल्कुल सही है। अगले प्रश्न ते चलते हैं जी। अगला प्रश्न साडे कोल की है देखते हैं। लिखती ਪ੍ਰੀਖਿਆਵਾਂ द्वारा भाषा के किहड़े कौशलों का मुलांकन हुंदा है जी। लिखती दे नाल सुनन ते समझण कौशल का, उचारण कौशलों का, भाषा के तौर ते साहित्य के ਵੱਖ-ਵੱਖ रूपों का, उपरोक्त सारे कौशलों का। लिखत ਪ੍ਰੀਖਿਆ ਦੇ ਨਾਲ ਦੁਆਰਾ ਭਾਸ਼ਾ ਦੇ ਕਿਹੜੇ ਕੌਸ਼ਲਾਂ ਦਾ ਮੁਲਾਂਕਣ ਹੁੰਦਾ ਹੈ। ਪਹਿਲੀ ਆਪਸ਼ਨ, ਦੂਜੀ ਆਪਸ਼ਨ, ਤੀਜੀ ਆਪਸ਼ਨ ਜਾਂ ਫਿਰ ਚੌਥੀ ਆਪਸ਼ਨ। ਤਾਂ ਭਾਸ਼ਾ ਦੇ ਤੌਰ ਤਰੀਕੇ ਤੇ ਸਾਹਿਤ ਦੇ ਵੱਖ-ਵੱਖ ਰੂਪਾਂ ਦਾ ਈਡੀ ਆਪਸ਼ਨ ਸਹੀ ਜਵਾਬ ਬਣੂਗਾ। ਮੁਲਾਂਕਣ ਦੀ ਪ੍ਰੀਖਿਆ ਕੋਈ ਅੰਤਰ ਨਹੀਂ। ਮੁਲਾਂਕਣ ਦੀ ਪ੍ਰੀਖਿਆ ਆਪਾਂ ਕੁਐਸਚਨ ਨੰਬਰ ਜੇ ਆਪਾਂ ਪਹਿਲਾਂ ਵਾਲੀ ਕਲਾਸ ਤੇ ਹੁਣ ਵਾਲੀ ਕਲਾਸ ਦੋਨੋਂ ਹੀ ਪੜ੍ਹਦੀਆਂ। ਤੁਸੀਂ ਪਹਿਲਾਂ ਵੀ ਇੱਕ ਕਲਾਸ ਲਗਾ ਚੁੱਕੇ ਆ ਸਪੈਸ਼ਲ ਪੈਡਾਗੋਜੀ ਦੀ, ਤੇ ਹੁਣ ਵੀ ਆਪਾਂ ਲਗਾ ਚੁੱਕੇ ਆ। ਸੋ ਬਹੁਤ ਸਾਰੇ ਆਪਾਂ ਸਵਾਲ ਜਿਹੜੇ ਹੈਗੇ ਆ ਨਾ ਕਲਾਸਾਂ ਦੇ ਵਿੱਚ ਕਵਰ ਕਰ ਦੇਣੇ ਆ ਪੈਡਾਗੋਜੀ ਦੇ, ਤੇ ਨਾਲ ਹੀ ਮਿਕਸ ਕਲਾਸਾਂ ਵੀ ਜਿਹੜੀਆਂ ਕੱਲ੍ਹ ਜਾਂ ਪਰਸੋਂ ਤੋਂ ਸ਼ੁਰੂ ਕਰ ਦੇਣੀਆਂ, ਜਿਹਦੇ ਵਿੱਚ ਪੰਜਾਬੀ ਕਵਿਤਾ, ਪੈਡਾਗੋਜੀ, ਇਹ ਸਾਰਾ ਕੁਝ ਹੀ ਹੋਊਗਾ। ਠੀਕ ਹੈ, ਮਤਲਬ ਆਪਣੇ ਵੱਲੋਂ ਆਪਾਂ ਜਿੰਨੀ ਕੁ ਕਹਿ ਸਕਦੇ ਹਾਂ ਕੋਸ਼ਿਸ਼ ਹੋ ਸਕਦੀ ਉਨੀ ਕੁ ਆਪਾਂ ਕਰ ਰਹੇ ਹਾਂ ਤੁਹਾਡੇ ਲਈ। ਪਰ ਤੁਸੀਂ ਜਿਹੜਾ ਸ਼ੇਅਰ ਸਬਸਕ੍ਰਾਈਬ ਕਰਨ ਦੀ ਜ਼ਰੂਰ ਖੇਚਲ ਕਰੋ ਅਤੇ ਹੋਰਾਂ ਵਿਦਿਆਰਥੀਆਂ ਤੱਕ ਵੀ ਕਲਾਸ ਨੂੰ ਪਹੁੰਚਾਓ। ਮੁਲਾਂਕਣ ਦੀ ਪ੍ਰੀਖਿਆ ਕੋਈ ਅੰਤਰ ਨਹੀਂ। ਮੁਲਾਂਕਣ ਪ੍ਰੀਖਿਆ ਤੋਂ ਵਧੇਰੇ ਵਿਆਪਕ ਅਤੇ ਵਿਸ਼ਾਲ ਹੁੰਦਾ ਹੈ। ਬਿਲਕੁਲ ਸਹੀ ਹੈ। ਪ੍ਰੀਖਿਆ ਵਿੱਚ ਹੀ ਮੁਲਾਂਕਣ ਆਉਂਦਾ ਹੈ? ਨਹੀਂ, ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਪ੍ਰੀਖਿਆ ਵਿੱਚ ਮੁਲਾਂਕਣ ਨਹੀਂ ਆਉਂਦਾ। ਠੀਕ ਹੈ, ਉਪਰੋਕਤ ਵਿੱਚੋਂ ਕੋਈ ਵੀ ਨਹੀਂ ਆਊਗਾ, ਇੱਥੇ ਵੀ ਨਹੀਂ ਆਊਗਾ। ਇੱਥੇ ਐਡ ਆਪਸ਼ਨ ਬਿਲਕੁਲ ਸਹੀ ਹੈ। ਮੁਲਾਂਕਣ ਇੱਕ ਵਿਸ਼ਾਲ ਹੈ, ਇਸ ਦੇ ਵਿੱਚ ਹੀ ਹੈ ਪ੍ਰੀਖਿਆ। ਠੀਕ ਹੈ, ਸੋ ਇੱਥੇ ਐਡ ਆਪਸ਼ਨ ਬਿਲਕੁਲ ਸਹੀ ਹੈ। ਅਗਲੇ ਸਵਾਲ 'ਤੇ ਅਸੀਂ ਪਹੁੰਚ ਚੁੱਕੇ ਹਾਂ ਜੀ। ਲਓ ਫਿਰ, ਭਾਸ਼ਾ ਦੇ ਸੁਣਨ, ਬੋਲਣ, ਉਚਾਰਨ ਅਤੇ ਪੜ੍ਹਨ ਕੌਸ਼ਲਾਂ ਦੀ ਜਾਂਚ ਲਈ ਮੁਲਾਂਕਣ ਦੀ ਕਿਹੜੀ ਵਿਧੀ ਵਰਤੀ ਜਾਂਦੀ ਹੈ। ਕਹਿੰਦੇ ਭਾਸ਼ਾ ਦੇ ਸੁਣਨ, ਬੋਲਣ, ਉਚਾਰਨ ਅਤੇ ਪੜ੍ਹਨ ਕੌਸ਼ਲਾਂ ਦੀ ਜਾਂਚ ਲਈ ਮੁਲਾਂਕਣ ਦੀ ਕਿਹੜੀ ਵਿਧੀ ਵਰਤੀ ਜਾਂਦੀ ਹੈ। ਵਸਤੂਨਿਸ਼ਟ ਪ੍ਰੀਖਿਆ ਵਿਧੀ, ਮੌਖਿਕ ਪ੍ਰੀਖਿਆ ਵਿਧੀ, ਨਿਬੰਧਾਤਮਕ ਪ੍ਰੀਖਿਆ ਵਿਧੀ, ਉਪਰੋਕਤ ਸਾਰੀਆਂ ਹੀ ਵਰਤ ਲੈਂਦੇ ਕਹਿੰਦੇ। ਲਓ ਜੀ, ਸੁਣਨ, ਬੋਲਣ, ਉਚਾਰਨ ਵੀ ਬੋਲਣ ਹੀ ਹੁੰਦਾ ਅਤੇ ਪੜ੍ਹਨ, ਹੈ ਨਾ, ਪੜ੍ਹਨ ਵਾਚਨ ਹੋ ਗਿਆ, ਇਹ ਵੀ ਬੋਲਾਂਗੀ। ਕੌਸ਼ਲਾਂ ਦੀ ਜਾਂਚ ਲਈ, ਮਤਲਬ ਸੁਣਨਾ ਅਤੇ ਬੋਲਣਾ, ਕੌਸ਼ਲਾਂ ਦੀ ਜਾਂਚ ਲਈ ਕਿਹੜੀ ਵਿਧੀ ਵਰਤੀ ਜਾਂਦੀ ਹੈ, ਆਹ ਸਵਾਲ ਹੈ। ਵਸਤੂਨਿਸ਼ਟ ਪ੍ਰੀਖਿਆ ਵਿਧੀ, ਮੌਖਿਕ ਪ੍ਰੀਖਿਆ ਵਿਧੀ, ਨਿਬੰਧਾਤਮਕ ਪ੍ਰੀਖਿਆ ਵਿਧੀ, ਉਪਰੋਕਤ ਸਾਰੀਆਂ, ਅਤੇ ਇਹਨਾਂ ਦੇ ਵਿੱਚੋਂ ਐਡ ਆਪਸ਼ਨ ਬਿਲਕੁਲ ਸਹੀ ਹੋਊਗਾ ਮੌਖਿਕ ਵਿਧੀ। ਐਵੇਂ ਨਾ ਉਲਝੀ ਜਾਇਓ ਉਚਾਰਨ, ਪੜ੍ਹਨ, ਬੋਲਣ ਦੇ ਵਿੱਚ। ਓਕੇ, ਅਗਲੇ ਸਵਾਲ 'ਤੇ ਚੱਲਦੇ ਹਾਂ। ਆਪਣਾ ਅਗਲਾ ਸਵਾਲ ਦੇਖਦੇ ਹਾਂ ਕਿਹੜਾ ਸਾਡੇ ਕੋਲ। ਉਪਚਾਰਾਤਮਕ ਸਿੱਖਿਆ ਤੋਂ ਭਾਵ ਤੋਂ ਪਹਿਲਾਂ ਬੱਚੇ ਦੇ ਦੋਸ਼ ਜਾਂ ਤਰੁੱਟੀਆਂ ਦੀ ਜਾਂਚ ਕਿਵੇਂ ਕੀਤੀ ਜਾ ਸਕਦੀ ਹੈ। ਪ੍ਰੀਖਿਆ ਲੈ ਕੇ, ਨਿਰੀਖਣ ਕਰਕੇ, ਤਖਸ਼ੀਸ਼ੀ ਪ੍ਰੀਖਿਆ ਦੁਆਰਾ, ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਤਾਂ ਇੱਥੇ ਡਾਇਗਨੋਸਟਿਕ ਪ੍ਰੀਖਿਆ ਦੇ ਦੁਆਰਾ ਅਸੀਂ ਤਖਸ਼ੀਸ਼ੀ ਸਿੱਖਿਆ ਦੇ ਦੁਆਰਾ ਬੱਚੇ ਦੇ ਅੰਦਰ ਜਿਹੜੀਆਂ ਕਮੀਆਂ, ਤਰੁੱਟੀਆਂ, ਦੋਸ਼ਾਂ, ਉਸ ਦੀ ਭਾਲ ਕਰਾਂਗੇ ਅਤੇ ਬਾਅਦ ਦੇ ਵਿੱਚ ਉਹਨਾਂ ਦਾ ਨਿਵਾਰਨ ਕਰਾਂਗੇ, ਉਪਚਾਰ ਕਰਾਂਗੇ। ਸੋ ਇਸ ਨੂੰ ਧਿਆਨ ਦੇ ਵਿੱਚ ਰੱਖਿਓ, ਸੀ ਆਪਸ਼ਨ ਬਿਲਕੁਲ ਸਹੀ ਹੈ। ਤਖਸ਼ੀਸ਼ੀ ਸਿੱਖਿਆ ਦੀ ਲੋੜ ਭਾਸ਼ਾ ਦੇ ਕਿਹੜੇ ਕੌਸ਼ਲਾਂ ਵਿੱਚ ਪੈਂਦੀ ਹੈ। ਤਖਸ਼ੀਸ਼ੀ ਸਿੱਖਿਆ ਦੀ ਲੋੜ ਭਾਸ਼ਾ ਦੇ ਕਿਹੜੇ ਕੌਸ਼ਲਾਂ ਦੇ ਵਿੱਚ ਪੈਂਦੀ ਹੈ ਭਾਈ। ਕਹਿੰਦੇ ਪੜ੍ਹਨ ਨਾਲ ਸੰਬੰਧਿਤ ਅਸ਼ੁੱਧੀਆਂ ਲਈ, ਵਿਆਕਰਨ ਨਾਲ ਸੰਬੰਧਿਤ ਅਸ਼ੁੱਧੀਆਂ ਲਈ, ਵਾਕਾਂ ਨਾਲ ਸੰਬੰਧਿਤ ਅਸ਼ੁੱਧੀਆਂ ਲਈ, ਉਪਰੋਕਤ ਸਾਰੀਆਂ ਕਿਸਮਾਂ ਦੀਆਂ ਅਸ਼ੁੱਧੀਆਂ ਲਈ। ਦੇਖਦੇ ਆਪਾਂ ਤਖਸ਼ੀਸ਼ੀ ਸਿੱਖਿਆ ਦੀ ਲੋੜ ਇਕੱਲੇ ਪੜ੍ਹਨ ਨਾਲ ਨਹੀਂ ਹੋਊਗਾ, ਇਕੱਲੇ ਵਿਆਕਰਨ ਦੀ ਗੱਲ ਨਹੀਂ ਹੋਊ, ਇਕੱਲੇ ਵਾਕ ਦੀ ਗੱਲ ਨਹੀਂ ਹੋਊ, ਉਪਰੋਕਤ ਸਾਰੀਆਂ ਕਿਸਮਾਂ ਦੀਆਂ ਅਸ਼ੁੱਧੀਆਂ ਇਸ ਦੇ ਵਿੱਚ ਆ ਜਾਣੀਆਂ, ਅਤੇ ਇੱਥੇ ਡੀ ਆਪਸ਼ਨ ਬਿਲਕੁਲ ਸਹੀ ਹੋਊਗਾ। ਅਗਲੇ ਸਵਾਲ 'ਤੇ ਚੱਲਦੇ ਹਾਂ ਭਾਈ। ਆ ਗਏ ਭਾਈ ਆਪਾਂ ਅਗਲੇ ਸਵਾਲ ਦੇ ਉੱਪਰ, ਅਤੇ ਸਵਾਲ ਨੰਬਰ ਪਤਾ ਹੀ ਨਹੀਂ ਕਿੰਨਾ ਹੈ, ਪਰ 100 ਤੋਂ ਉੱਪਰ ਆਪਣੇ 122, 23, 24 ਇਸ ਤਰੀਕੇ ਦਾ ਸਵਾਲ ਨੰਬਰ ਚੱਲ ਰਹੀ ਹੈ। ਜੇ ਆਪਾਂ ਪਿਛਲੀ ਵੀਡੀਓ ਅਤੇ ਇਸ ਵੀਡੀਓ ਦੀ ਗੱਲ ਕਰੀਏ, ਠੀਕ ਹੈ। ਉਪਚਾਰਾਤਮਕ ਸਿੱਖਿਆ ਦਾ ਅਰਥ ਹੈ ਵੀ ਕਮਜ਼ੋਰ ਵਿਦਿਆਰਥੀਆਂ ਦੇ ਅਧਿਆਪਨ ਲਿਖਣ ਦੇ ਦੋਸ਼ਾਂ ਨੂੰ ਦੂਰ ਕਰਨ ਦੀ ਪ੍ਰਕਿਰਿਆ। ਐਡ ਆਪਸ਼ਨ ਬੱਚੇ ਨੂੰ ਸਿਹਤਮੰਦ ਬਣਾਉਣਾ, ਈਡੀ ਛੁੱਟੀ ਤੋਂ ਪਿੱਛੋਂ ਕਮਜ਼ੋਰ ਬੱਚਿਆਂ ਨੂੰ ਪੜ੍ਹਾਉਣਾ। ਇਹ ਤਾਂ ਨਹੀਂ ਗੱਲ ਬਣਦੀ, ਇਹ ਤਾਂ ਨਹੀਂ ਬਣਦੀ। ਅਸਲ ਵਿੱਚ ਹੈ ਊੜਾ ਆਪਸ਼ਨ, ਮਾਫ ਕਰਨਾ, ਊੜਾ ਆਪਸ਼ਨ ਇੱਥੇ ਬਿਲਕੁਲ ਸਹੀ ਹੈ ਕਿ ਉਹਨਾਂ ਦੋਸ਼ਾਂ ਨੂੰ ਦੂਰ ਕਰੋ
ਜਿਹੜੇ ਬੱਚੇ ਦੀ ਕਮਜ਼ੋਰੀ ਦੇ ਨਾਲ ਸੰਬੰਧਿਤ ਹੈ, ਜਾਂ ਕਮਜ਼ੋਰ ਜੇ ਕਹਿ ਲਓ त्रुटियां ਕਮੀਆਂ ਨੇ ਉਹਨਾਂ ਦੋਸ਼ਾਂ ਨੂੰ ਦੂਰ ਕਰਨਾ ਹੈ। ਕਮਜ਼ੋਰ ਵਿਦਿਆਰਥੀਆਂ ਦੇ ਅਧਿਆਪਨ ਲਿਖਣ ਦੇ ਦੋਸ਼ਾਂ ਨੂੰ ਦੂਰ ਕਰਨ ਦੀ ਪ੍ਰਕਿਰਿਆ। ਉਹਦਾ ਆਪਸ਼ਨ ਬਿਲਕੁਲ ਸਹੀ ਹੈ। ਓਕੇ ਰਿਪੋਰਟ ਆ ਭਾਈ। ਅੱਗੇ ਆ ਜਾਓ ਭਾਈ। ਆ ਗਏ ਭਾਈ। ਬੱਚੇ ਦੇ ਭਾਸ਼ਾ ਸੰਬੰਧੀ ਅੰਦਰੂਨੀ ਮੁਲਾਂਕਣ ਲਈ ਕਿਹੜੇ ਮੁਲਾਂਕਣ ਸਾਧਨ ਦੀ ਵਰਤੋਂ ਕੀਤੀ ਜਾਂਦੀ ਹੈ? ਘਰ ਦਾ ਕੰਮ, ਰੋਜ਼ਾਨਾ ਦਾ ਕਾਰਜ, ਘਰ ਦਾ ਕੰਮ ਤੇ ਰੋਜ਼ਾਨਾ ਦਾ ਕਾਰਜ, ਹੈ ਨਾ। ਭਾਸ਼ਾ ਸੰਬੰਧੀ ਅੰਦਰੂਨੀ ਮੁਲਾਂਕਣ ਦੀ ਗੱਲ ਹੈ। ਧਿਆਨ ਨਾਲ ਭਾਸ਼ਾ ਸੰਬੰਧੀ ਅੰਦਰੂਨੀ ਮੁਲਾਂਕਣ, ਘਰ ਦਾ ਕੰਮ ਤੇ ਰੋਜ਼ਾਨਾ ਦਾ ਕਾਰਜ ਦੇਵਾਂਗੇ ਭਾਈ। ਈਡੀ ਆਪਸ਼ਨ ਬਿਲਕੁਲ ਸਹੀ ਹੈ। ਅਗਲੇ ਸਵਾਲ ਤੇ ਚੱਲਦੇ ਆ ਬਈ। ਅਗਲਾ ਸਵਾਲ ਹੈ ਸਾਡੇ ਕੋਲ, ਲਿਖਣ ਦੀ ਸੁੰਦਰਤਾ ਬੋਧ ਜਿਵੇਂ ਛੰਦ, ਅਲੰਕਾਰ, ਸ਼ੈਲੀ ਆਦਿ ਦਾ ਮੁਲਾਂਕਣ ਕਿਵੇਂ ਹੋ ਸਕਦਾ? ਲਓ ਜੀ, ਤੇ 4 ਆਪਸ਼ਨਾਂ ਦਿੱਤੀਆਂ ਹੋਈਆਂ। 4 ਆਪਸ਼ਨਾਂ ਦੇ ਵਿੱਚੋਂ ਸਹੀ ਜਵਾਬ ਤੁਸੀਂ ਸੋਚ ਹੀ ਲਿਆ ਹੋਣਾ। ਲਿਖਤ ਪ੍ਰੀਖਿਆ ਦੁਆਰਾ, ਵਸਤੂਨਿਸ਼ਟ ਪ੍ਰੀਖਿਆ ਦੁਆਰਾ, ਨਿਬੰਧਾਤਮਕ ਪ੍ਰੀਖਿਆ ਦੁਆਰਾ, ਵਸਤੂਨਿਸ਼ਟ ਅਤੇ ਨਿਬੰਧਾਤਮਕ ਪ੍ਰੀਖਿਆ ਦੇ ਦੁਆਰਾ। ਸਹੀ ਜਵਾਬ ਤੁਸੀਂ ਦੱਸਣਾ ਹੈ। ਲਿਖਣ ਦੀ ਸੁੰਦਰਤਾ ਬੋਧ ਜਿਵੇਂ ਛੰਦ, ਅਲੰਕਾਰ, ਸ਼ੈਲੀ ਆਦਿ ਦਾ ਮੁਲਾਂਕਣ ਕਿਵੇਂ ਹੋ ਸਕਦਾ ਹੈ? ਤਾਂ ਇਹਨਾਂ ਸਾਰੀਆਂ ਕਹਿ ਲਈਏ ਵੀ ਜੇ ਅਸੀਂ ਛੰਦ, ਅਲੰਕਾਰ ਬਾਰੇ ਪਤਾ ਕਰਨਾ ਤਾਂ ਇੱਥੇ ਫਿਰ ਈਡੀ ਆਪਸ਼ਨ ਹੀ ਸਹੀ ਰਹੂਗੀ। ਨਿਬੰਧਾਤਮਕ ਪ੍ਰੀਖਿਆ ਦੁਆਰਾ ਹੀ ਮੁਲਾਂਕਣ ਕੀਤਾ ਜਾ ਸਕਦਾ ਸੁੰਦਰ ਲਿਖਾਈ ਦਾ। ਵਸਤੂਨਿਸ਼ਟ ਦੇ ਵਿੱਚ ਤਾਂ ਟਿੱਕਾਂ ਹੀ ਲਾਉਣੀਆਂ ਭਾਈ, ABCD ਕਿਹੜੀ ਸਹੀ ਹੈ, ਜਿਵੇਂ ਆਪਾਂ ਕਰ ਰਹੇ ਹਾਂ। ਵਿਦਿਆਰਥੀ ਦੇ ਵਿਆਕਰਨਕ ਗਿਆਨ ਦੇ ਮੁਲਾਂਕਣ ਲਈ ਕਿਹੜੀ ਵਿਧੀ ਦੀ ਵਰਤੋਂ ਕੀਤੀ ਜਾ ਸਕਦੀ ਹੈ? ਊੜਾ ਆਪਸ਼ਨ ਵਸਤੂਨਿਸ਼ਟ ਵਿਧੀ। ਐੜਾ ਆਪਸ਼ਨ ਵਿਆਕਰਨ ਦੇ ਵੱਡੇ ਪ੍ਰਸ਼ਨਾਂ ਲਈ ਨਿਬੰਧਾਤਮਕ ਪ੍ਰਸ਼ਨ ਵਿਧੀ। ਈਡੀ ਆਪਸ਼ਨ ਛੋਟੇ ਪ੍ਰਸ਼ਨਾਂ ਲਈ ਲਘੂ ਉਤਰਾਤਮਕ ਪ੍ਰਸ਼ਨ ਵਿਧੀ। ਸੱਸਾ ਆਪਸ਼ਨ ਉਪਰੋਕਤ ਸਾਰੇ। ਵਿਦਿਆਰਥੀ ਦੇ ਵਿਆਕਰਨ ਗਿਆਨ ਦੇ ਮੁਲਾਂਕਣ ਲਈ ਇਹ ਪ੍ਰਸ਼ਨ ਹੈ। ਛੋਟੇ ਪ੍ਰਸ਼ਨਾਂ ਲਈ ਲਘੂ ਉਤਰਾਤਮਕ ਪ੍ਰਸ਼ਨ ਵਿਧੀ। ਹਾਂ, ਇਹ ਬਿਲਕੁਲ ਸਾਰੇ ਹੀ ਸਹੀ ਹੈ। ਸਾਰਿਆਂ ਦੇ ਵਿੱਚ ਹੀ ਦੱਸਿਆ ਗਿਆ ਭਾਈ, ਸਾਰੇ ਹੀ ਸਹੀ ਹੈ। ਚਲੋ ਜੀ ਅਗਲੇ ਸਵਾਲ ਤੇ ਚੱਲਦੇ ਆਪਾਂ। ਅਗਲਾ ਸਵਾਲ ਕਿਹੜਾ ਹੋ ਸਕਦਾ ਹੈ ਉਹ ਤਾਂ ਵੇਖ ਕੇ ਤੇ ਪਤਾ ਲੱਗਣਾ ਹੈ। ਚੱਲ ਪਏ ਆਪਾਂ। ਕਹਿੰਦੇ ਸੁਲੇਖ ਦੀ ਜਾਂਚ ਕਿਹੜੀ ਭਾਸ਼ਾ ਪ੍ਰੀਖਿਆ ਵਿਧੀ ਦੁਆਰਾ ਹੁੰਦੀ ਹੈ? ਸੁਲੇਖ ਦੀ ਜਾਂਚ ਕਰਨੀ ਹੈ ਤਾਂ ਤੁਸੀਂ ਜੇਕਰ ਸੁਲੇਖ ਦੀ ਜਾਂਚ ਕਰਨੀ ਆ ਤਾਂ ਬੋਲ ਲਿਖਤ ਸਹੀ ਰਹੂਗਾ। ਲਿਖਾਈ ਪਤਾ ਕਰਨੀ ਆ, ਲਿਖਦਾ ਕਿਵੇਂ ਹੈ, ਸ਼ੁੱਧ ਲਿਖਦਾ ਹੈ, ਸੋਹਣਾ ਲਿਖਦਾ ਹੈ ਸਾਰਾ, ਤਾਂ ਬੋਲ ਲਿਖਤ ਦੇ ਰਾਹੀਂ। ਊੜਾ ਆਪਸ਼ਨ ਸਹੀ ਹੈ। ਪ੍ਰਸ਼ਨ ਨੰਬਰ ਅਗਲਾ, ਵਿਦਿਆਰਥੀ ਦੀ ਬੋਧ ਸਮਰੱਥਾ ਦੇ ਮੁਲਾਂਕਣ ਲਈ ਪੁੱਛਿਆ ਕੀ ਹੈ? ਬੋਧ ਸਮਰੱਥਾ। ਪ੍ਰਸ਼ਨ ਹੈ ਵਿਦਿਆਰਥੀਆਂ ਦੀ ਬੋਧ ਸਮਰੱਥਾ ਦੇ ਮੁਲਾਂਕਣ ਲਈ ਕਿਹੜੇ ਮੁਲਾਂਕਣ ਸਾਧਨਾਂ ਦੀ ਵਰਤੋਂ ਕਰਨੀ ਸਹੀ ਹੋਵੇਗੀ? ਕਹਿੰਦਾ ਇੱਕ ਹੈਗਾ ਲਿਖਤੀ ਪ੍ਰੀਖਿਆ, ਮੌਖਿਕ ਤੇ ਵਸਤੂਨਿਸ਼ਟ ਪ੍ਰੀਖਿਆ, ਨਿਬੰਧਾਤਮਕ ਪ੍ਰੀਖਿਆ, ਉਪਰੋਕਤ ਦੇ ਵਿੱਚੋਂ ਕੋਈ ਵੀ ਨਹੀਂ। ਬੋਧ ਸਮਰੱਥਾ ਦਾ ਮੁਲਾਂਕਣ ਕਰਨਾ ਆਪਾਂ, ਹੈ ਨਾ। ਬੋਧ ਸਮਰੱਥਾ ਦਾ ਮੁਲਾਂਕਣ ਕਰਨਾ ਤਾਂ ਮੌਖਿਕ ਤੇ ਵਸਤੂਨਿਸ਼ਟ ਰਾਹੀਂ ਹੀ ਕੀਤਾ ਜਾ ਸਕਦਾ ਹੈ। ਵੈਸੇ ਤਾਂ ਨਿਬੰਧਾਤਮਕ ਵੀ ਹੈ ਤੇ ਜ਼ਿਆਦਾ ਕਰੈਕਟ ਮੇਰੇ ਖਿਆਲ ਨਾਲ ਮੌਖਿਕ ਤੇ ਵਸਤੂਨਿਸ਼ਟ ਪ੍ਰੀਖਿਆ ਬਣੂਗਾ, ਤੇ ਬਾਕੀ ਫਿਰ ਆਪਾਂ ਇਸ ਨੂੰ ਕਨਫਰਮ ਕਰ ਦੇਵਾਂਗੇ। ਠੀਕ ਹੈ, ਮੌਖਿਕ ਤੇ ਵਸਤੂਨਿਸ਼ਟ ਪ੍ਰੀਖਿਆ ਓਕੇ ਰਿਪੋਰਟ ਹੋਊਗਾ, ਇਹ ਪੱਕੀ ਗੱਲ ਹੈ। ਚੱਲਦੇ ਹਾਂ ਜੀ, ਓਕੇ ਰਿਪੋਰਟ ਹੀ ਹੈ। ਬੋਧ ਦਾ ਗਿਆਤ ਕਰਵਾਉਣਾ ਹੈ ਤਾਂ ਮੈਨੂੰ ਲੱਗਦਾ ਮੌਖਿਕ ਤਰੀਕੇ ਦੇ ਨਾਲ ਬੱਚੇ ਦਾ ਬੋਧਾਤਮਕ ਗਿਆਤ ਕੀਤਾ ਜਾ ਸਕਦਾ ਹੈ, ਜਾਂ ਫਿਰ ਵਸਤੂਨਿਸ਼ਟ ਦੇ ਰਾਹੀਂ ਵੀ। ਲਓ ਜੀ ਅਗਲੇ ਪ੍ਰਸ਼ਨ 'ਤੇ ਆਪਾਂ ਪਹੁੰਚ ਚੁੱਕੇ ਹਾਂ। ਭਾਸ਼ਾ ਵਿੱਚ ਸ਼ਬਦਾਵਲੀ ਗਿਆਨ ਦੀ ਪ੍ਰੀਖਿਆ ਲਈ ਕਿਹੜੀ ਮੁਲਾਂਕਣ ਵਿਧੀ ਦੀ ਵਰਤੋਂ ਹੋਣੀ ਚਾਹੀਦੀ ਹੈ? ਸ਼ਬਦਾਵਲੀ ਗਿਆਨ ਦੀ, ਦੁਬਾਰੇ ਬੋਲ ਦਿੰਦੇ ਹਾਂ, ਉੱਚੀ ਹੋਰ ਬੋਲੀਏ। ਭਾਸ਼ਾ ਵਿੱਚ ਸ਼ਬਦਾਵਲੀ ਗਿਆਨ ਦੀ ਪ੍ਰੀਖਿਆ ਲਈ, ਸ਼ਬਦਾਵਲੀ ਗਿਆਨ ਦੀ ਪ੍ਰੀਖਿਆ ਲਈ ਪਹਿਲੀ ਆਪਸ਼ਨ ਹੈ ਮੌਖਿਕ ਵਿਧੀ, ਦੂਸਰੀ ਹੈ ਲਘੂ ਉਤਰਾਤਮਕ ਵਿਧੀ, ਤੀਸਰੀ ਹੈ ਵਸਤੂਨਿਸ਼ਟ ਪ੍ਰੀਖਿਆ ਵਿਧੀ, ਤੇ ਚੌਥੀ ਹੈ ਮੌਖਿਕ ਤੇ ਵਸਤੂਨਿਸ਼ਟ ਪ੍ਰੀਖਿਆ ਵਿਧੀ। ਸ਼ਬਦਾਵਲੀ ਗਿਆਨ ਦੀ ਪ੍ਰੀਖਿਆ ਲਈ ਕਿਹੜੀ ਮੁਲਾਂਕਣ ਵਿਧੀ ਦੀ ਵਰਤੋਂ ਹੋਣੀ ਚਾਹੀਦੀ ਹੋਵੇਗੀ? ਵਸਤੂਨਿਸ਼ਟ ਦੇ ਵਿੱਚ ਤਾਂ ਆਪਾਂ ਟਿੱਕਾਂ ਹੀ ਲਾਉਣੀਆਂ ਹੁੰਦੀਆਂ। ਓਕੇ,
ਸ਼ਬਦਾਵਲੀ ਗਿਆਨ ਦੀ ਪ੍ਰੀਖਿਆ ਦੀ ਕਿਹੜੀ ਵਿਧੀ ਹੋ ਸਕਦੀ ਹੈ? ਤਾਂ ਮੈਨੂੰ ਲੱਗਦਾ ਮੌਖਿਕ ਤੇ ਵਸਤੂਨਿਸ਼ਟ ਪ੍ਰੀਖਿਆ ਵਿਧੀ, ਤੇ ਅਸੀਂ ਇਸੇ ਨੂੰ ਸੀ ਡੀ ਨੂੰ ਆਪਸ਼ਨ ਨੂੰ ਸਹੀ ਮੰਨਾਂਗੇ। ਸੱਸਾ ਆਪਸ਼ਨ ਬਿਲਕੁਲ ਸਹੀ ਹੈ। ਸੋ ਇੱਥੇ ਰਾਈਟ ਜਵਾਬ ਹੋਵੇਗਾ ਸੱਸਾ। ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਕਹਿੰਦੇ ਉਪਚਾਰਾਤਮਕ ਸਿੱਖਿਆ ਇੱਕ ਧੀਰਜ ਤੇ ਲਗਨ ਵਾਲਾ ਕਾਰਜ ਹੈ। ਕਿਉਂਕਿ ਊੜਾ ਆਪਸ਼ਨ ਹੈ ਭਾਸ਼ਾ ਸੰਬੰਧੀ ਸਾਰੇ ਦੋਸ਼ ਇੱਕਦਮ ਨਹੀਂ ਸੁਧਾਰੇ ਜਾ ਸਕਦੇ। ਐੜਾ ਤੇਜ਼ੀ ਕਰਨ ਨਾਲ ਬੱਚਾ ਉਲਝਣ ਦਾ ਸ਼ਿਕਾਰ ਹੋ ਜਾਂਦਾ ਹੈ। ਈੜੀ ਤੇਜ਼ੀ ਕਰਨ ਨਾਲ ਬੱਚੇ ਚਿੜਚਿੜੇ ਸੁਭਾਅ ਦੇ ਹੋ ਜਾਂਦੇ ਹੈ। ਚੌਥਾ ਤੇਜ਼ੀ ਕਰਨ ਨਾਲ ਬੱਚੇ ਵਿੱਚ ਹੀਨ ਭਾਵਨਾ ਪੈਦਾ ਹੋ ਜਾਂਦੀ ਹੈ। ਉਪਚਾਰਾਤਮਕ ਸਿੱਖਿਆ ਇੱਕ ਧੀਰਜ ਤੇ ਲਗਨ ਵਾਲਾ ਕਾਰਜ ਹੈ ਕਿਉਂਕਿ ਭਾਸ਼ਾ ਸੰਬੰਧੀ ਸਾਰੇ ਦੋਸ਼ ਇੱਕਦਮ ਨਹੀਂ ਸੁਧਾਰੇ ਜਾ ਸਕਦੇ। ਇਸੇ ਕਰਕੇ ਤਾਂ ਲਗਨ ਨਾਲ ਕਰਿਆ ਜਾਊਗਾ। ਧੀਰਜ ਭਾਵ ਹੌਲੀ ਰੁਕ ਕੇ, ਇਹ ਨਹੀਂ ਵੀ ਇੱਕੋ ਦਮ ਸਾਰਾ ਕੁਛ ਕਰ ਦਈਏ। ਤਾਂ ਊੜਾ ਆਪਸ਼ਨ ਇੱਥੇ ਸਹੀ ਬਣੂਗੀ। ਠੀਕ ਹੈ, ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਲਓ ਜੀ, ਅਗਲਾ ਪ੍ਰਸ਼ਨ ਸਾਡੇ ਕੋਲ ਹੈ ਸਕਰੀਨ ਦੇ ਉੱਪਰ। ਲਓ ਜੀ, ਉਪਚਾਰਾਤਮਕ ਸਿੱਖਿਆ ਲਈ ਅਧਿਆਪਕ ਦਾ ਨਿਰੀਖਣ ਕਿਹੋ ਜਿਹਾ ਹੋਣਾ ਚਾਹੀਦਾ ਹੈ? ਜਿਹੋ ਜਿਹਾ ਮਰਜ਼ੀ ਹੋਣਾ ਚਾਹੀਦਾ ਹੈ, ਸੁਚੇਤ ਹੋਣਾ ਚਾਹੀਦਾ। ਅਤੇ ਫਿਰ ਅੱਗੇ ਕਹਿੰਦਾ ਭਾਈ ਕਿਰਿਆਸ਼ੀਲਤਾ ਵਾਲਾ ਹੋਣਾ ਚਾਹੀਦਾ ਹੈ, ਸੁਚੇਤ ਅਤੇ ਕਿਰਿਆਸ਼ੀਲ ਹੋਣਾ ਚਾਹੀਦਾ। ਨਿਰੀਖਣ, ਅਧਿਆਪਕ ਦਾ ਨਿਰੀਖਣ ਕਿਹੋ ਜਿਹਾ ਹੋਣਾ ਚਾਹੀਦਾ? ਸੁਚੇਤ ਵੀ ਹੋਣਾ ਚਾਹੀਦਾ ਅਤੇ ਕਿਰਿਆਸ਼ੀਲ ਵੀ ਹੋਣਾ ਚਾਹੀਦਾ। ਸੱਸਾ ਆਪਸ਼ਨ ਬਿਲਕੁਲ ਸਹੀ ਹੈ। ਚਾਹੇ ਤੁਸੀਂ ਵੀਡੀਓ ਨੂੰ ਤੇਜ਼ ਕਰਕੇ ਸੁਣ ਲਿਓ, ਪਰ ਸਾਰੇ ਸਵਾਲਾਂ ਨੂੰ ਧਿਆਨ ਦੇ ਨਾਲ ਦੇਖ ਲਿਓ ਇੱਕ ਵਾਰੀ, ਕਿਉਂਕਿ ਆਪਾਂ ਦੇਖਣ ਵਾਸਤੇ ਬਣਾਈ ਹੈ ਇਹ ਵੀਡੀਓ। ਉਪਚਾਰਾਤਮਕ ਸਿੱਖਿਆ ਦੇਣ ਸਮੇਂ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਤਿਆਰ ਕਰੇ, ਸਰੀਰਕ ਤੌਰ 'ਤੇ, ਮਾਨਸਿਕ ਤੌਰ 'ਤੇ, ਸਰੀਰਕ ਅਤੇ ਮਾਨਸਿਕ ਤੌਰ 'ਤੇ। ਈਡੀ ਆਪਸ਼ਨ ਬਿਲਕੁਲ ਸਹੀ ਹੈ। ਠੀਕ ਹੈ, ਅੱਗੇ ਚੱਲਦੇ ਆਪਾਂ ਅਗਲੇ ਸਵਾਲ ਦੇ ਉੱਪਰ। ਲਓ ਜੀ, ਆ ਗਏ ਆਪਾਂ ਅਗਲੇ ਸਵਾਲ ਦੇ ਉੱਪਰ। ਅਧਿਆਪਕ ਨੂੰ ਚਾਹੀਦਾ ਹੈ, ਕੀ ਚਾਹੀਦਾ ਹੈ? ਕਿ ਉਹ ਬੱਚੇ ਦੇ ਭਾਸ਼ਾ ਸੰਬੰਧੀ ਦੋਸ਼ਾਂ ਨੂੰ ਆਰੰਭ ਵਿੱਚ ਸਮਝ ਕੇ ਹੀ ਦੂਰ ਕਰੇ। ਬੱਚੇ ਦੇ ਬਾਲਗ ਹੋਣ 'ਤੇ ਦੂਰ ਕਰੇ। ਅੱਛਾ, ਜਦੋਂ ਵੱਡਾ ਹੋ ਗਿਆ ਉਦੋਂ ਤਾਂ ਕੁਝ ਵੀ ਨਹੀਂ ਹੋਣਾ, ਹੈ ਨਾ, ਉਦੋਂ ਨਹੀਂ ਗੱਲ ਬਣਨੀ। ਬੱਚੇ ਉੱਪਰ ਹੀ ਛੱਡ ਦੇਵੇ, ਸਜ਼ਾ ਦਾ ਡਰ ਦੇਵੇ, ਨਾ ਜੀ ਨਾ। ਆਰੰਭ ਵਿੱਚ ਹੀ ਸਮਝ ਕੇ ਦੂਰ ਕਰੇ। ਊੜਾ ਆਪਸ਼ਨ ਸਹੀ ਹੋਊਗਾ। ਮੁੱਕ ਗਏ। ਲੋ ਬਈ, ਇਹ ਸੀ ਅੱਜ ਦੇ ਸਵਾਲ ਜਿਹੜੇ ਕਿ ਆਪਾਂ ਸਪੈਸ਼ਲੀ PS ਟੈਟ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ। ਜਿਹੜੇ ਵਿਦਿਆਰਥੀ PS ਟੈਟ 1 ਅਤੇ PS ਟੈਟ 2 ਦੀ ਤਿਆਰੀ ਕਰ ਰਹੇ ਉਹਨਾਂ ਦੇ ਲਈ ਬਣਾਈ ਸੀ। ਅਤੇ ਸਪੈਸ਼ਲੀ ਪੰਜਾਬੀ ਪੈਡਾਗੋਜੀ ਅਤੇ ਗੋਜੀ ਵੀ ਕਹਿ ਦਿੰਦੇ ਆ ਭਾਈ। ਸੋ ਪੰਜਾਬੀ ਪੈਡਾਗੋਜੀ ਜਿਹੜੀ ਹੈਗੀ ਆਪਾਂ ਇਹ ਕਲਾਸ 2 ਕਲਾਸਾਂ ਜਿਹੜੀਆਂ ਹੋ ਚੁੱਕੀਆਂ, ਪਰ ਹਜੇ ਹੋਰ ਵੀ ਆਪਾਂ ਕਲਾਸਾਂ ਇਸ ਦੀਆਂ ਲੈ ਕੇ ਆਵਾਂਗੇ। ਪਰ ਨਾਲ ਹੀ ਮੈਂ ਮਿਕਸ ਜਿਹੜੀਆਂ ਕਲਾਸਾਂ ਨੇ ਉਹ ਵੀ ਜ਼ਰੂਰ ਸ਼ਾਮਲ ਕਰੂੰਗੀ, ਜਿਹਦੇ ਵਿੱਚ ਆਪਾਂ ਕਵਿਤਾ ਹੋਰ ਸਾਰਾ ਕੁਛ ਜਿਹੜਾ ਜਿਵੇਂ ਕਿ ਤੁਹਾਨੂੰ ਪਤਾ ਆਲਰੇਡੀ ਡਿਸਕਸ ਕਰਦੇ ਹਾਂ ਸਾਰੀਆਂ ਚੀਜ਼ਾਂ, ਸੋ ਉਹ ਵੀ ਕਰਾਂਗੇ। ਪਰ ਇੱਕ ਗੱਲ ਹੈ ਕਿ ਜੇ ਕਿਸੇ ਵੀ ਵਿਦਿਆਰਥੀ ਨੇ ਮਾਸਟਰ ਕੇਡਰ ਪੰਜਾਬੀ ਟੈਸਟ ਬੈਚ, ਠੀਕ ਹੈ, ਲੈਕਚਰਰ ਕੇਡਰ ਪੰਜਾਬੀ ਟੈਸਟ ਬੈਚ ਜਾਂ ਫਿਰ ਸਿਲੇਬਸ ਬੈਚ ਲੈਣੇ ਹੋਣ ਤਾਂ ਉਹਨਾਂ ਦੀ ਲਾਸਟ ਡੇਟ ਜਿਹੜੀ ਹੈਗੀ ਆ ਔਫਰ ਦੀ 25% ਡਿਸਕਾਊਂਟ ਔਫਰ ਚੱਲ ਰਿਹਾ ਸੀ ਦੀਵਾਲੀ ਦਾ, ਉਹ 4 ਨਵੰਬਰ ਤੱਕ ਹੈ। ਹੋ ਸਕਦਾ ਹੈ ਕਿ ਵਿਦਿਆਰਥੀਆਂ ਦੇ ਆਧਾਰ 'ਤੇ ਅਸੀਂ 1-2 ਦਿਨ ਤੁਹਾਨੂੰ ਹੋਰ ਵੀ ਔਫਰ ਜਿਹੜਾ ਦੇ ਦਈਏ। ਚਾਹੇ ਤੁਸੀਂ ਕੁਆਲੀਫਾਈ ਪੇਪਰ ਏ ਦੀ ਤਿਆਰੀ ਕਰ ਰਹੇ ਹੋ, ਉਸ ਦੇ ਲਈ ਵੀ ਔਫਰ ਚੱਲ ਰਿਹਾ ਜੀ, ਸੇਮ 25% ਡਿਸਕਾਊਂਟ ਹੈ। ਠੀਕ ਹੈ, ਸੋ ਇਸ ਤਰੀਕੇ ਨਾਲ ਇਹ ਜਿਹੜਾ ਕੁਆਲੀਫਾਈ ਪੇਪਰ ਜਿਹੜਾ ਬੈਚ ਚੱਲਦਾ ਸੀ ਇਹ ਪਹਿਲਾਂ 1000 ਦਾ ਸੀ, ਹੁਣ 25% ਡਿਸਕਾਊਂਟ ਕਰਕੇ ਤੁਸੀਂ ਆਪ ਹਿਸਾਬ ਲਾ ਲਿਓ। ਠੀਕ ਹੈ, ਸੋ ਇਸੇ ਤਰੀਕੇ ਨਾਲ ਮਾਸਟਰ ਕੇਡਰ ਪੰਜਾਬੀ ਸਿਲੇਬਸ ਬੈਚ, ਲੈਕਚਰਰ ਕੇਡਰ ਪੰਜਾਬੀ ਸਿਲੇਬਸ, ਸਾਰੇ ਬੈਚਾਂ ਦੇ ਉੱਪਰ 25% ਡਿਸਕਾਊਂਟ ਚੱਲ ਰਿਹਾ ਭਾਈ। ਜੇ ਕਿਸੇ ਵੀ ਵਿਦਿਆਰਥੀ ਨੇ ਨਾਲ PS ਟੈਟ ਦੀ ਤਿਆਰੀ ਕਰ ਰਹੇ ਹੋ, ਨਾਲ ਸਿਲੇਬਸ ਬੈਚ ਵੀ ਤਿਆਰ ਕਰਨਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ। ਪਰ ਜਿਹੜੇ ਬੱਚੇ ਪਹਿਲਾਂ ਤੋਂ ਤਿਆਰੀ ਕਰੀ ਬੈਠੇ ਹੈ, ਟੈਸਟ ਕਲੀਅਰ ਕਰੀ ਬੈਠੇ ਆ, ਮਤਲਬ ਕਿ ਉਹ ਸਾਡੇ ਨਾਲ ਜੁੜ ਸਕਦੇ ਆ ਸਿਲੇਬਸ ਬੈਚ ਦੇ ਲਈ ਜਾਂ ਫਿਰ ਟੈਸਟ ਬੈਚ ਦੇ ਲਈ। ਠੀਕ ਹੈ, ਸੋ PS ਟੈਟ ਦੇ ਰਿਕਾਰਡਿੰਗ ਆਪਾਂ ਲਗਾਤਾਰ YouTube ਦੇ ਉੱਪਰ ਕਲਾਸਾਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ। ਅਤੇ ਜੇਕਰ ਤੁਸੀਂ ਸਾਡੀ ਐਪ ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਪੜ੍ਹੋ ਪੰਜ ਆਪ ਨੂੰ ਤੁਸੀਂ ਪਲੇ ਸਟੋਰ 'ਤੇ ਜਾ ਕੇ ਡਾਊਨਲੋਡ ਵੀ ਕਰ ਸਕਦੇ ਹੋ।
ਤੇ ਇਸ ਐਪ ਦੇ ਉੱਪਰ ਤੁਹਾਨੂੰ ਬਹੁਤ ਹੀ ਘੱਟ ਰੇਟ ਤੇ ਜਾਂ ਪ੍ਰਾਈਸ ਤੇ ਤੁਹਾਨੂੰ ਸਾਰੇ ਤਰ੍ਹਾਂ ਦੇ ਪੜ੍ਹਨ ਵਾਲੇ ਕੋਰਸ ਮਿਲ ਸਕਦੇ, ਜਿਵੇਂ ਕੁਆਲੀਫਾਈ ਪੇਪਰ ਏ, ਮਾਸਟਰ ਕੇਡਰ ਹੋ ਗਿਆ, ਲੈਕਚਰਰ ਕੇਡਰ ਹੋ ਗਿਆ, ਠੀਕ ਹੈ। ਹੋਰ ਜਿਹੜੇ ਆਪਣੇ ਕੋਲੇ ਪੰਜਾਬ GK ਦੇ ਨਾਲ ਸੰਬੰਧਿਤ ਟੈਸਟ ਹੋ ਗਏ, ਇਹ ਸਾਰੇ ਤੁਹਾਨੂੰ ਮਿਲਣਗੇ, ਠੀਕ ਹੈ ਜੀ। ਤੁਸੀਂ ਇਸ ਐਪ ਨੂੰ ਡਾਊਨਲੋਡ ਕਰ ਸਕਦੇ ਹੋ, ਪਰ ਸਪੈਸ਼ਲੀ ਮੇਰਾ ਕੰਮ ਹੈ ਪੰਜਾਬੀ ਦੇ ਉੱਪਰ, ਸੋ ਉਹਦੇ ਰਿਗਾਰਡਿੰਗ ਜੇਕਰ ਤੁਸੀਂ ਕੋਈ ਵੀ ਬੈਚ ਲੈਣਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੰਪਰਕ ਨੰਬਰ ਤੁਹਾਨੂੰ ਦੇਖ ਹੀ ਰਿਹਾ ਹੋਣਾ, 91 158 73 257 ਨੰਬਰਾਂ ਦੇ ਉੱਪਰ ਕਾਲ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਤੇ ਮਾਸਟਰ ਕੇਡਰ ਦੀ ਵੇਟ ਕਰ ਰਹੇ ਵਿਦਿਆਰਥੀਆਂ ਲਈ ਇੱਕ ਖੁਸ਼ਖਬਰੀ ਹੈ ਭਾਈ, ਆਉਣ ਵਾਲੇ ਸਮੇਂ ਦੇ ਵਿੱਚ 2025 ਦੇ ਵਿੱਚ ਮਾਸਟਰ ਕੇਡਰ ਦੀਆਂ ਪੋਸਟਾਂ ਜਲਦ ਹੀ ਆ ਰਹੀਆਂ, ਕਿਉਂਕਿ PS ਟੈਟ ਜਿਹੜਾ ਹੈਗਾ ਉਹ ਦਸੰਬਰ ਦੇ ਵਿੱਚ ਹੋ ਜਾਵੇਗਾ। ਤੇ PS ਟੈਟ ਵਾਲੇ ਵਿਦਿਆਰਥੀਆਂ ਲਈ ਤਾਂ ਖੁਸ਼ਖਬਰੀ ਹੈ ਹੀ ਭਾਈ, ਤੁਸੀਂ ਤਾਂ ਇੱਕ ਪੇਪਰ ਕਲੀਅਰ ਕੀਤਾ ਤੇ ਦੂਜੇ ਲਈ ਤਿਆਰੀ ਸ਼ੁਰੂ ਕਰ ਦੇਣੀ ਹੈ। ਅੱਜ ਲਈ ਇੰਨਾ ਹੀ, ਤੇ ਬਾਕੀ ਤੁਸੀਂ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਜਿਹੜਾ ਬਟਨ ਹੈ ਭਾਈ ਘੰਟੀ, ਉਹਨੂੰ ਵੀ ਜਿਹੜਾ ਹੈਗਾ ਟਿਕ ਮਾਰ ਦਿਓ, ਤਾਂ ਕਿ ਜਿਹੜਾ ਨਵਾਂ ਨੋਟੀਫਿਕੇਸ਼ਨ ਆਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਆਵੇ। ਤੁਸੀਂ ਕਿਸੇ ਵੀ ਵੀਡੀਓ ਤੋਂ ਇਹ ਨਾ ਹੋਵੇ ਵਾਂਝੇ ਰਹਿ ਜਾਓ, ਤਾਂ ਹਰ ਵੀਡੀਓ ਨੂੰ ਤੁਸੀਂ ਦੇਖੋ ਤਾਂ ਕਿ ਤੁਹਾਡਾ PS ਟੈਟ ਦੇ ਵਿੱਚ ਹੈਲਪ ਹੋ ਸਕੇ ਤੇ ਤੁਸੀਂ ਆਪਣਾ PS ਟੈਟ ਕਲੀਅਰ ਕਰ ਸਕੋ। ਤੇ ਜਿਹੜੀਆਂ ਕਲਾਸਾਂ ਨੇ PS ਟੈਟ 1 ਤੇ PS ਟੈਟ 2 ਜਿਹੜੇ ਵਿਦਿਆਰਥੀ ਦੇਣਾ ਚਾਹੁੰਦੇ ਉਹਨਾਂ ਦੇ ਲਈ ਆ, ਕਿਤੇ ਇਹ ਨਾ ਸਮਝ ਲਿਓ ਵੀ ਇਕੱਲੇ ਇੱਕ ਲਈ ਹੈ, ਸਾਰਿਆਂ ਦੇ ਲਈ ਹੈ। ਚਾਹੇ ਤੁਸੀਂ C ਟੈਟ ਵੀ ਦੇ ਰਹੇ ਹੋ, C ਟੈਟ ਦੇ ਲਈ ਵੀ ਹੈ, ਚਾਹੇ 1 ਹੈ ਤੇ C ਟੈਟ 2 ਹੈ, ਠੀਕ ਹੈ। ਇਹਨਾਂ ਸਾਰਿਆਂ ਦੇ ਲਈ ਹੀ ਹਨ। ਸੋ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੀ ਪੈਡਾਗੋਜੀ ਦੀ ਕਲਾਸ ਬਹੁਤ ਵਧੀਆ ਲੱਗੀ।